ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 11ਵੇਂ ਐਸੇ ਦਾ ਗ੍ਰੀਨ ਰੈਵੋਲੂਸ਼ਨ, ਜਿਸ ਨੂੰ ਕਿ ਨਾਰਮਨ ਈ ਬਰਲੌਗ ਨੇ ਲਿਖਿਆ ਹੋਇਆ ਹੈ, ਇਸ ਐਸੇ ਦੀ ਅੱਜ ਅਸੀਂ ਕੰਪਰੀਹੈਂਸਿਵ ਐਨਾਲਿਸਿਸ ਅਤੇ ਐਕਸਪਲੇਨੇਸ਼ਨ ਕੰਟੀਨਿਊ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦੀ ਸਾਡੀ ਦੂਸਰੀ ਵੀਡੀਓ ਹੋਏਗੀ। ਸਟੂਡੈਂਟਸ, ਇਸ ਚੈਪਟਰ ਦੇ ਸੀਰੀਜ਼ ਦੇ ਪਹਿਲੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਚੈਪਟਰ ਦੇ ਰਾਈਟਰ ਨਾਰਮਨ ਈ ਬਰਲੌਗ ਦੇ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਡਿਸਕਸ ਕੀਤਾ ਹੈ, ਅਤੇ ਨਾਲ ਹੀ ਇਸ ਚੈਪਟਰ ਦੇ ਪਹਿਲੇ 5 ਪੈਸੇਜਿਸ ਨੂੰ ਡਿਸਕਸ ਕੀਤਾ ਹੈ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ। ਇਹਨਾਂ 5 ਪੈਸੇਜਿਸ ਨੂੰ ਡਿਸਕਸ ਕਰਦੇ ਹੋਏ ਗਲੋਸਰੀ ਨੋਟਸ ਦੇ ਵਿੱਚ ਜੋ ਟਰਮਸ ਆਈਆਂ ਨੇ ਬੱਚਿਓ, ਉਹ ਵੀ ਮੈਂ ਨਾਲੋਂ ਨਾਲ ਤੁਹਾਨੂੰ ਸਮਝਾਈਆਂ ਨੇ। ਇਸ ਤੋਂ ਇਲਾਵਾ ਹੋਰ ਵੀ ਜੋ ਡਿਫਿਕਲਟ ਵਰਡਸ ਇਹਨਾਂ ਪੈਸੇਜਿਸ ਵਿੱਚ ਆਏ ਨੇ, ਮੈਂ ਉਹਨਾਂ ਨੂੰ ਵੀ ਤੁਹਾਨੂੰ ਨਾਲੋਂ ਨਾਲ ਐਕਸਪਲੇਨ ਕੀਤਾ ਹੈ। ਉਮੀਦ ਹੈ ਬੱਚਿਓ ਕਿ ਤੁਸੀਂ ਇਹ ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਤਾਂ ਜੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਅੱਜ ਵਾਲੇ ਵੀਡੀਓ ਦੀ ਕੰਟੀਨਿਊਟੀ ਯਕੀਨੀ ਬਣਾ ਸਕੋ। ਤਾਂ ਸਾਡਾ ਬੇਟਾ 6th ਪੈਸੇਜ ਹੈ ਕਿ ਕੰਟਰਾਸਟਿੰਗ ਸ਼ਾਰਪਲੀ ਇਨ ਦਾ ਡਿਵੈਲਪਿੰਗ ਕੰਟਰੀਜ਼ represented by India, Pakistan and most of the countries in Asia and Africa, 70 to 80% of the population is engaged in agriculture, mostly at the subsistence level। देखो जोड़ा पंजवां साडा पैरा सी बेटा, ਉਹਦੇ ਵਿੱਚ ਡਿਵੈਲਪਡ ਨੇਸ਼ਨਸ ਦੀ ਗੱਲ ਹੋਈ ਸੀ। ਆਪਾਂ ਸਾਰਾ ਕੱਲ ਕਰਿਆ ਕਿ ਉੱਥੇ ਦੇ ਲੋਕਾਂ ਦਾ ਖਾਣ ਪੀਣ ਦਾ ਕਿਸ ਤਰ੍ਹਾਂ ਦਾ ਤਰੀਕਾ ਹੈ, ਉਹਨਾਂ ਦਾ ਕਿਸਾਨਾਂ ਦੇ ਨਾਲ ਕਿੰਨਾ ਕੁ ਟੱਚ ਹੈ, ਤਾਂ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਵਿਕਸਿਤ ਦੇਸ਼ਾਂ ਦੇ ਨਾਲ ਹੋਈਆਂ ਸੀ। ਜਿਹੜਾ 6ਵਾਂ ਪੈਸੇਜ ਹੈ ਨਾ, ਇਹਦੇ ਵਿੱਚ ਵਿਕਾਸਸ਼ੀਲ, ਜਿਨ੍ਹਾਂ ਨੂੰ ਆਪਾਂ ਡਿਵੈਲਪਿੰਗ ਕੰਟਰੀਜ਼ ਕਹਿੰਦੇ ਆ, ਉਹਨਾਂ ਦਾ ਜ਼ਿਕਰ ਹੈ। ਤਾਂ ਤੁਹਾਨੂੰ ਪਤਾ ਹੈ ਡਿਵੈਲਪ ਤੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਬੇਟਾ ਫਰਕ ਹੁੰਦਾ। ਜਿਵੇਂ ਹੁਣ ਅਸੀਂ USA ਨੂੰ ਡਿਵੈਲਪਡ ਕੰਟਰੀ ਮੰਨਦੇ ਹਾਂ, ਲੇਕਿਨ ਇੰਡੀਆ ਨੂੰ ਅਸੀਂ ਜਾਂ ਪਾਕਿਸਤਾਨ ਜਾਂ ਹੋਰ ਏਸ਼ੀਆ ਅਫਰੀਕਾ ਦੇ ਬਹੁਤ ਸਾਰੇ ਦੇਸ਼ ਹਨ ਜਿਨ੍ਹਾਂ ਨੂੰ ਅਸੀਂ ਡਿਵੈਲਪਿੰਗ ਕੰਟਰੀਜ਼ ਮੰਨਦੇ ਹਾਂ। ਤਾਂ ਪਹਿਲੀ ਲਾਈਨ ਦੇਖੋ, ਉੱਥੋਂ ਸਾਨੂੰ ਪਤਾ ਲੱਗ ਜਾਂਦਾ ਕੰਟਰਾਸਟਿੰਗ ਸ਼ਾਰਪਲੀ। ਕੰਟਰਾਸਟ ਦਾ ਮਤਲਬ ਹੁੰਦਾ ਨਾ ਤੁਲਨਾ, ਜਦੋਂ ਬਹੁਤ ਜ਼ਿਆਦਾ ਵਖਰੇਵਾਂ ਹੁੰਦਾ ਹੈ ਤੇ ਉਹਨੂੰ ਆਪਾਂ ਕਹਿੰਦੇ ਬਹੁਤ ਜ਼ਿਆਦਾ ਵਖਰੇਵਾਂ ਕਿਹਦੇ 'ਚ, ਡਿਵੈਲਪਿੰਗ ਕੰਟਰੀਜ਼ ਦੇ ਵਿੱਚ। ਜਿਨ੍ਹਾਂ ਨੂੰ ਕੌਣ ਰਿਪਰੈਜ਼ੈਂਟ ਕਰਦਾ ਹੈ? ਰਿਪਰੈਜ਼ੈਂਟ ਦਾ ਮਤਲਬ ਪ੍ਰਤੀਨਿਧਤਾ ਕਰਨੀ। ਕੌਣ ਕਰ ਰਿਹਾ ਜੀ? ਇੰਡੀਆ, ਪਾਕਿਸਤਾਨ ਅਤੇ ਬਹੁਤ ਸਾਰੀਆਂ ਕੰਟਰੀਜ਼ ਜਿਹੜੀਆਂ ਏਸ਼ੀਆ ਤੇ ਅਫਰੀਕਾ ਦੇ ਵੀ ਸ਼ਾਮਿਲ ਨੇ। ਹੁਣ ਇਹਨਾਂ ਕੰਟਰੀਜ਼ ਦੇ ਵਿੱਚ 70 ਤੋਂ 80% ਜਿਹੜੀ ਵਸੋਂ ਹੈ ਉਹ ਐਗਰੀਕਲਚਰ ਦੇ ਨਾਲ ਇੰਗੇਜਡ ਹੈ। ਹੁਣ ਆਪਾਂ ਆਮ ਤੌਰ ਤੇ ਤਾਂ ਇੰਗੇਜਮੈਂਟ ਦਾ ਮਤਲਬ ਤੁਹਾਨੂੰ ਪਤਾ ਹੈ ਕੀ ਕਹਿੰਦੇ ਆ, ਲੇਕਿਨ ਇੰਗੇਜ ਦਾ ਮਤਲਬ ਇਹ ਹੁੰਦਾ ਹੈ ਕਿ ਜਦ ਆਪਾਂ ਕਿਸੇ ਨਾਲ ਕੋਈ ਜੁੜ ਕੇ ਕੋਈ ਕੰਮ ਕਰਦੇ ਆ, ਕਿਤੇ ਰੁੱਝੇ ਹੁੰਦੇ ਆ, ਰੁਝੇਵੇਂ ਨੂੰ ਆਪਾਂ ਕਹਿੰਦੇ ਆ। 70 ਤੋਂ 80% ਜਿਹੜੀ ਵਸੋਂ ਹੈ ਇਹਨਾਂ ਕੰਟਰੀ ਦੇ ਵਿੱਚ ਉਹ ਇੰਗੇਜਡ ਹੈ, ਮਤਲਬ ਰੁਝੇਵੇਂ 'ਚ ਹੈ। ਕਿਹਦੇ 'ਚ? ਐਗਰੀਕਲਚਰ 'ਚ। ਐਗਰੀਕਲਚਰ ਨਾਲ ਜੁੜੀ ਹੋਈ ਹੈ ਉਹ, ਮੋਸਟਲੀ ਐਟ ਦਾ ਸਬਸਿਸਟੈਂਸ ਲੈਵਲ। ਅਤੇ ਜ਼ਿਆਦਾਤਰ ਇਹ ਜਿਹੜੀ ਵਸੋਂ ਹੈ, ਪੋਪੂਲੇਸ਼ਨ ਹੈ ਜਿਹੜੀ ਐਗਰੀਕਲਚਰ ਨਾਲ ਜੁੜੀ ਹੋਈ ਹੈ, ਇਹ ਸਬਸਿਸਟੈਂਸ ਲੈਵਲ ਤੇ ਹੈ। ਨਾਓ ਸਬਸਿਸਟੈਂਸ ਲੈਵਲ ਤੁਹਾਡੇ ਗਲੋਸਰੀ 'ਚ ਵੀ ਹੈ। ਦਾ ਸਬਸਿਸਟੈਂਸ ਲੈਵਲ ਦਾ ਮਤਲਬ ਹੁੰਦਾ ਹੈ ਦਾ ਲੋਐਸਟ ਲੈਵਲ ਐਟ ਵਿਚ ਇਟ ਇਜ਼ ਪੋਸੀਬਲ ਟੂ ਐਗਜ਼ਿਸਟ। ਬਿਲਕੁਲ ਜੀਵਨ ਪੱਧਰ ਦਾ ਨਿਚਲਾ ਹਿੱਸਾ, ਜਿੱਥੇ ਕਿ ਬੰਦਾ ਬਸ ਸਰਵਾਈਵ ਹੀ ਕਰਦਾ ਹੈ, ਜਿੰਦਾ ਹੀ ਹੈ, ਬਸ ਆਪਾਂ ਕਹਿ ਲੈਂਦੇ ਹਾਂ ਵੀ ਤੁਰਿਆ ਫਿਰਦਾ, ਬਸ ਉਹਨੂੰ ਕੋਈ ਚੀਜ਼ ਮਿਲੇ ਨਾ ਮਿਲੇ, ਕੋਈ ਕੁਦਰਤ ਦੀ ਉਸ ਨੂੰ ਬਖਸ਼ਿਸ਼ ਮਿਲੇ ਨਾ ਮਿਲੇ, ਬਸ ਉਹ ਐਗਜ਼ਿਸਟ ਕਰ ਰਿਹਾ। ਐਗਜ਼ਿਸਟ ਦਾ ਮਤਲਬ ਸਮਝਦੇ ਹੋ? ਹੋਂਦ 'ਚ ਹੈ। ਐਗਜ਼ਿਸਟ ਦਾ ਮਤਲਬ ਹੁੰਦਾ ਬੇਟਾ ਹੋਂਦ, ਕਿ ਉਹਦੀ ਬਸ ਜ਼ਿੰਦਗੀ ਚੱਲ ਰਹੀ ਹੈ। ਕਿਵੇਂ ਚੱਲ ਰਹੀ ਹੈ? ਟੁੱਟੀ ਭੱਜੀ, ਉਹਦੇ ਬਾਰੇ ਪਤਾ ਨਹੀਂ। ਉਹਨੂੰ ਆਪਾਂ ਦਾ ਸਬਸਿਸਟੈਂਸ ਲੈਵਲ ਕਹਿੰਦੇ ਆ, ਦਾ ਲੋਐਸਟ ਲੈਵਲ। ਹਾਈਐਸਟ ਲੈਵਲ ਦੇ ਤਾਂ ਅਮੀਰ ਲੋਕ ਆ ਬੇਟਾ, ਦੇਖੋ ਉਹਦਾ ਜ਼ਿੰਦਗੀ ਵਧੀਆ ਜਿੰਦੇ ਆ। ਜਿਹੜੇ ਲੋਕ ਗਰੀਬ ਨੇ ਉਹਨਾਂ ਦੀ ਲਈ ਗੱਲ ਹੋ ਰਹੀ ਹੈ, ਵਿਚਾਰੇ ਐਨ ਲੋਐਸਟ ਲੈਵਲ ਤੇ ਖੜੇ ਨੇ ਉਹ। ਤੇ ਜ਼ਿਆਦਾਤਰ ਉਹ ਲੋਕ ਕਿਹੜੇ ਨੇ ਜੀ? ਇਹਨਾਂ ਕੰਟਰੀਜ਼ ਦੇ ਹੀ। ਕਿਹੜੀਆਂ ਕੰਟਰੀਜ਼ ਦੇ? ਡਿਵੈਲਪਿੰਗ ਕੰਟਰੀਜ਼ ਦੇ, ਜਿਹਦੇ ਵਿੱਚ ਸਾਡਾ ਇੰਡੀਆ ਵੀ ਸ਼ਾਮਲ ਹੈ। ਤੇ ਇਹਨਾਂ ਕੰਟਰੀਜ਼ ਦੇ ਵਿੱਚ 70 ਤੋਂ 80% ਲੋਕ ਖੇਤੀ ਨਾਲ ਜੁੜੇ ਹੋਏ ਨੇ। ਇਹ 2-3 ਚੀਜ਼ਾਂ ਤੁਸੀਂ ਯਾਦ ਰੱਖੀ, ਮਲਟੀਪਲ ਚੁਆਇਸ ਕੁਐਸਚਨਸ ਆ ਜਾਂਦੀਆਂ। The land is tired, worn out, depleted of plant nutrients and often eroded। ਹੁਣ ਇੱਥੇ ਦੇ ਲੋਕਾਂ ਦੀ ਜਿਹੜੀ ਜ਼ਮੀਨ ਹੈ ਉਹਦੀ ਬਾਰੇ ਗੱਲ ਹੋ ਰਹੀ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਇੱਥੇ ਦੇ ਲੋਕ ਜ਼ਿਆਦਾਤਰ 70 ਤੋਂ 80% ਐਗਰੀਕਲਚਰ ਨਾਲ ਜੁੜੇ ਹੋਏ ਨੇ, ਪਰੰਤੂ ਉਹਨਾਂ ਦੀ ਜਿਹੜੀ ਲੈਂਡ ਹੈ ਉਹ ਟਾਇਰਡ। ਇੱਥੇ ਟਾਇਰਡ ਦਾ ਮਤਲਬ ਹੋ ਗਿਆ ਬੇਟਾ ਕਿ ਬਹੁਤ ਦੇਰ ਤੋਂ ਉਸ 'ਤੇ ਖੇਤੀਬਾੜੀ ਹੁੰਦੀ ਆ ਰਹੀ ਹੈ। ਜਦੋਂ ਬੰਦਾ ਬਹੁਤ ਜ਼ਿਆਦਾ ਕੰਮ ਕਰਦਾ ਤਾਂ ਟਾਇਰਡ ਹੋ ਜਾਂਦਾ, ਥੱਕ ਜਾਂਦਾ ਹੈ ਨਾ। ਇੱਥੇ ਟਾਇਰਡ ਦਾ ਮਤਲਬ ਥੱਕਣਾ ਨਹੀਂ ਹੈ, ਇੱਥੇ ਦਾ ਮਤਲਬ ਹੈ
ਕਿ ਬਹੁਤ ਦੇਰ ਤੋਂ ਉਸੇ ਲੈਂਡ ਦੇ ਉੱਪਰ ਖੇਤੀ ਹੁੰਦੀ ਆ ਰਹੀ ਹੈ, ਇਸ ਕਰਕੇ ਉਹ ਵੋਰਨ ਆਊਟ ਹੋ ਗਈ। ਵੋਰਨ ਆਊਟ ਦਾ ਮਤਲਬ ਹੁੰਦਾ ਕਿ ਜਿਵੇਂ ਸਪੋਜ਼ ਕਰੋ ਆਪਾਂ ਕੱਪੜਾ ਬਾਰ-ਬਾਰ ਪਾਈ ਜਾਈਏ, ਧੋਈ ਜਾਈਏ, ਹੰਢਾਈ ਜਾਈਏ, ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਵੋਰਨ ਆਊਟ ਹੋ, ਪਰ ਉਹਨੂੰ ਕਹਿੰਦੇ ਕਿ ਵੋਰਨ ਆਊਟ ਹੋ ਗਈ। ਤਾਂ ਇੱਥੇ ਦੀ ਜ਼ਮੀਨ ਹੈ ਜਿਹੜੀ ਉਹਨੂੰ ਖਰਾਬ ਹੋਣੀ ਸ਼ੁਰੂ ਹੋ ਗਈ, ਵੋਰਨ ਆਊਟ ਹੋ ਗਈ। ਡਿਪਲੀਟਿਡ ਆਫ ਪਲਾਂਟ ਨਿਊਟ੍ਰੀਐਂਟਸ। ਹੁਣ ਜਦੋਂ ਬੇਟਾ ਇੱਕੋ ਹੀ ਜ਼ਮੀਨ ਦੇ ਉੱਪਰ ਬਾਰ-ਬਾਰ ਆਪਾਂ ਖੇਤੀ ਕਰੀ ਜਾਵਾਂਗੇ ਤਾਂ ਜਿਹੜੀ ਜ਼ਮੀਨ ਦੇ ਨਿਊਟ੍ਰੀਐਂਟਸ ਹੈ, ਜੋ ਤੱਤ ਨੇ, ਪੋਸ਼ਕ ਤੱਤ ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਤੋਂ ਉਹ ਡਿਪਲੀਟ ਹੋ ਗਈ। ਡਿਪਲੀਟਡ ਦਾ ਮਤਲਬ ਵਾਂਝੇ ਹੋ ਗਈ, ਵਾਂਝਿਆ ਹੋਣਾ, ਖਤਮ ਹੁੰਦੇ ਜਾ ਰਹੇ ਨੇ ਜਿਹੜੇ ਉਸਦੇ ਪੋਸ਼ਕ ਤੱਤ ਹੈ ਜ਼ਮੀਨ ਦੇ, ਉਹ ਤਾਂ ਹੋਣਗੇ। ਆਪਾਂ ਇੱਕੋ ਚੀਜ਼ ਬਾਰ-ਬਾਰ ਉਗਾਈ ਜਾਂਦੇ ਆ ਤਾਂ ਜ਼ਮੀਨ ਦੀ ਜਿਹੜੀ ਨਿਊਟ੍ਰੀਐਂਟਸ ਹੈ, ਨਿਊਟ੍ਰੀਐਂਟ ਸਮਝ ਗਏ ਬੇਟਾ, ਪੋਸ਼ਕ ਤੱਤ ਪੰਜਾਬੀ 'ਚ ਆਪਾਂ ਜਿਹਨੂੰ ਕਹਿੰਦੇ ਆ, ਪੰਜਾਬੀ ਤੁਸੀਂ ਬਹੁਤ ਵਾਰੀ ਪੜ੍ਹਿਆ ਹੈ ਸਾਇੰਸ ਦੇ ਵਿੱਚ, ਤਾਂ ਉਹ ਖਤਮ ਹੁੰਦੇ ਜਾ ਰਹੇ ਨੇ। ਐਂਡ ਓਫਨ ਇਰੋਡਿਡ। ਇਰੋਡ ਦਾ ਮਤਲਬ ਬਿਲਕੁਲ ਖਤਮ ਹੋ ਜਾਣਾ, ਅਤੇ ਅਕਸਰ ਇਹ ਖਤਮ ਹੀ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ। ਉਹਦੇ ਨਾਲ ਫਿਰ ਕੀ ਹੋਊਗਾ ਵੀ, ਕ੍ਰੌਪ ਯੀਲਡਸ ਹੈਵ ਬੀਨ ਲੋ। ਤਾਂ ਜਿਹੜੀ ਸਾਨੂੰ ਫਸਲਾਂ ਦਾ ਝਾੜ ਮਿਲੂਗਾ ਉਹ ਘੱਟ ਮਿਲੂਗਾ। ਕ੍ਰੌਪ ਦਾ ਮਤਲਬ ਫਸਲ, ਯੀਲਡ ਦਾ ਮਤਲਬ ਝਾੜ, ਪਹਿਲਾਂ ਵੀ ਬਹੁਤ ਵਾਰੀ ਆ ਗਿਆ। ਨੀਅਰ ਸਟਾਰਵੇਸ਼ਨ ਲੈਵਲ। ਤਾਂ ਹੋਊਗਾ ਕਿ ਜਦੋਂ ਬੇਟਾ ਫਸਲਾਂ ਦਾ ਝਾੜ ਹੋਊਗਾ ਹੀ ਨਹੀਂ, ਸਾਨੂੰ ਅਨਾਜ ਮਿਲੂਗਾ ਹੀ ਨਹੀਂ, ਤਾਂ ਅਸੀਂ ਭੁੱਖਮਰੀ ਦੇ ਲੈਵਲ ਤੇ ਪਹੁੰਚ ਜਾਾਂਗੇ। ਸਟਾਰਵੇਸ਼ਨ ਦਾ ਮਤਲਬ ਹੁੰਦਾ ਬੇਟਾ ਭੁੱਖਮਰੀ। ਸਟਾਰਵ ਸ਼ਬਦ ਤੋਂ ਸਟਾਰਵੇਸ਼ਨ ਬਣਿਆ। ਸਟਾਰਵ ਦਾ ਮਤਲਬ ਹੁੰਦਾ ਹੈ ਭੁੱਖੇ ਮਰਨਾ, ਤੇ ਸਟਾਰਵੇਸ਼ਨ ਦਾ ਮਤਲਬ ਭੁੱਖਮਰੀ। ਐਂਡ ਸਟੈਗਨੇਟ ਫॉर ਸੈਂਚਰੀਜ਼। ਅਤੇ ਫਿਰ ਹੁੰਦਾ ਕੀ ਹੈ ਜੀ, ਇਹ ਜਿਹੜੇ ਹਾਲਾਤ ਨੇ ਇਹ ਖੜੇ ਰਹਿੰਦੇ ਨੇ ਸਦੀਆਂ ਤੱਕ। ਸਟੈਗਨੈਂਟ, ਸਟੈਗਨੈਂਟ ਦਾ ਮਤਲਬ ਹੁੰਦਾ ਮਤਲਬ ਖੜੋਤ, ਜਿਹਨੂੰ ਆਪਾਂ ਕਹਿੰਦੇ ਆ। ਇਹ ਸਦੀਆਂ ਤੱਕ ਇਹ ਸਾਲਾਂ ਤੱਕ ਇਹ ਗੱਲ ਚੱਲੀ ਰਹਿੰਦੀ ਹੈ। ਮਤਲਬ ਕਿ ਕਿਸਾਨਾਂ ਦਾ ਜੀਵਨ ਪੱਧਰ ਵਿਚਾਰਿਆਂ ਦਾ ਉੱਠਦਾ ਹੀ ਨਹੀਂ ਹੈ, ਉਹ ਸਬਸਿਸਟੈਂਸ ਲੈਵਲ ਤੇ ਹੀ ਰਹਿੰਦੇ ਨੇ ਵਿਚਾਰੇ, ਬਸ ਜ਼ਿੰਦਗੀ ਜਿਉਂਦੇ ਹੀ ਨੇ। ਕਿਵੇਂ ਜਿਉਂਦੇ ਨੇ ਇਹ ਉਹਨਾਂ ਨੂੰ ਹੀ ਪਤਾ ਹੈ। ਹੰਗਰ ਪ੍ਰੀਵੇਲਸ ਐਂਡ ਸਰਵਾਈਵਲ ਡਿਪੈਂਡਸ ਲਾਰਜਲੀ ਅਪੋਨ ਦਾ ਐਨੂਅਲ ਸਕਸੈਸ ਔਰ ਫੇਲਿਅਰ ਆਫ ਦਾ ਸੀਰੀਅਲ ਕ੍ਰੌਪਸ। ਹੰਗਰ ਪ੍ਰੀਵੇਲ ਦਾ ਮਤਲਬ ਹੰਗਰ, ਫੇਰ ਭੁੱਖ, ਭੁੱਖ ਪ੍ਰਧਾਨ ਰਹਿੰਦੀ ਹੈ ਜੀ। ਪ੍ਰੀਵੇਲ ਦਾ ਮਤਲਬ ਇੱਥੇ ਫੈਲਿਆ ਹੋਣਾ, ਕਿ ਭੁੱਖ ਚਾਰੇ ਪਾਸੇ ਫੈਲਦੀ ਹੈ ਨਾ ਦੇਸ਼ਾਂ 'ਚ, ਭੁੱਖਮਰੀ ਫੈਲਦੀ ਹੈ। ਅਤੇ ਉਹਨਾਂ ਦਾ ਜਿਹੜਾ ਸਰਵਾਈਵਲ ਹੈ, ਸਰਵਾਈਵਲ ਦਾ ਮਤਲਬ ਜਿਉਂਦੇ ਰਹਿਣ ਦੀ ਪ੍ਰਵਿਰਤੀ, ਜਿਹਨੂੰ ਆਪਾਂ ਕਹਿੰਦੇ ਹਾਂ ਸਰਵਾਈਵਲ, ਕਿ ਉਹ ਜਿਹੜੇ ਜਿਉਂਦੇ, ਉਹਨਾਂ ਦੀ ਜਿਹੜੀ ਜ਼ਿੰਦਗੀ ਹੈ, ਇੱਥੇ ਸਰਵਾਈਵਲ ਜ਼ਿੰਦਗੀ ਨੂੰ ਵੀ ਕਹਿ ਸਕਦੇ ਹੋ, ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਡਿਪੈਂਡ ਕਿਤੇ ਕਰਦੀ ਹੈ ਵੀ, ਲਾਰਜਲੀ ਅਪੋਨ, ਜ਼ਿਆਦਾਤਰ ਡਿਪੈਂਡ ਕਰਦੀ ਹੈ ਕਿ ਜਿਹੜੇ ਉਹਨਾਂ ਦੇ ਅਨਾਜ ਨੇ, ਸੀਰੀਅਲ ਕ੍ਰੌਪਸ ਨੇ, ਉਹਨਾਂ ਦੀ ਸਾਲਾਨਾ ਸਕਸੈਸ ਹੁੰਦੀ ਹੈ ਕਿ ਫੇਲੀਅਰ ਹੁੰਦਾ ਹੈ। ਸਕਸੈਸ ਦਾ ਮਤਲਬ ਕਿ ਉਹਨਾਂ ਨੂੰ ਪੂਰੀ ਫਸਲ ਵਿਚਾਰਿਆਂ ਨੂੰ ਮਿਲਦੀ ਹੈ ਤਾਂ ਫਿਰ ਸਕਸੈਸ ਹੋ ਗਿਆ ਵੀ ਭਾਈ ਜਿੰਨਾ ਉਹਨਾਂ ਨੇ ਅਨਾਜ ਬੋਇਆ ਉਹਨਾਂ ਮਿਲ ਗਿਆ। ਪਰ ਜੇ ਕਿਤੇ ਬਰਖਾ ਨਾ ਪਈ ਜਾਂ ਕੋਈ ਅਕਾਲ ਪੈ ਗਿਆ ਜਾਂ ਰੱਬ ਨਾ ਕਰੇ ਕੋਈ ਹੋਰ ਕਰੋਪੀ ਆ ਗਈ, ਜਿਹੜੀ ਫਸਲ ਉਹਨਾਂ ਨੂੰ ਨਾ ਮਿਲੀ, ਫੇਲੀਅਰ ਹੋ ਗਿਆ, ਅਸਫਲਤਾ ਹੋ ਗਈ, ਤਾਂ ਫਿਰ ਕੀ ਹੋਊਗਾ, ਹੰਗਰ। ਤੇ ਉਹਨਾਂ ਦੀ ਜਿਹੜੀ ਸਰਵਾਈਵਲ ਹੈ ਉਹ ਵਿਚਾਰੀ ਜ਼ਿੰਦਗੀ ਖਤਰੇ 'ਚ ਪੈ ਜਾਂਦੀ ਹੈ। ਇਹ ਮਤਲਬ ਇਹ ਹੈ ਇਸ ਲਾਈਨ ਦਾ। In these nations, both undernutrition and malnutrition are widespread. ਇਹਨਾਂ ਰਾਸ਼ਟਰਾਂ ਦੇ ਵਿੱਚ ਆਹੀ ਡਿਵੈਲਪਿੰਗ ਕੰਟਰੀਜ਼ ਦੇ ਵਿੱਚ। ਹੁਣ ਡਿਵੈਲਪਿੰਗ ਕੰਟਰੀਜ਼ ਦਾ ਮਤਲਬ ਆਪਾਂ ਇਹ ਨਹੀਂ ਲੈ ਸਕਦੇ ਕਿ ਸਿਰਫ ਇੰਡੀਆ ਪਾਕਿਸਤਾਨ ਹੀ ਨੇ ਬੇਟਾ, ਬਹੁਤ ਦੇਸ਼ ਨੇ। ਅਫਰੀਕਾ ਦੇ ਆਲਮੋਸਟ ਸਾਰੇ ਦੇਸ਼, ਏਸ਼ੀਆ ਦੇ ਅੱਧੇ ਤੋਂ ਜ਼ਿਆਦਾ ਦੇਸ਼, ਇੱਕ ਤੁਸੀਂ USA ਮਹਾਂਦੀਪ ਛੱਡ ਦਿਓ, ਨਾਰਥ ਅਮਰੀਕਾ, ਈਵਨ ਕਿ ਸਾਊਥ ਅਮਰੀਕਾ ਦੇ ਵੀ ਕਈ ਜਿਹੜੇ ਦੇਸ਼ ਨੇ ਉਹ ਵੀ ਡਿਵੈਲਪਿੰਗ 'ਚ ਨੇ, ਉਹ ਵੀ ਇਸੇ ਪ੍ਰੋਸੈਸ 'ਚੋਂ ਲੰਘਦੇ ਨੇ। ਤਾਂ ਇਹਨਾਂ ਦੇਸ਼ਾਂ ਦੇ ਵਿੱਚ ਦੋ ਚੀਜ਼ਾਂ ਬੇਟਾ ਵਾਈਡ ਸਪਰੈਡ ਨੇ, ਮਤਲਬ ਕਿ ਸਾਨੂੰ ਵਿਆਪਕ ਮਿਲਦੀਆਂ ਨੇ। ਵਾਈਡ ਸਪਰੈਡ ਦਾ ਮਤਲਬ ਹੁੰਦਾ ਹੈ ਵਿਆਪਕ ਹੋਣਾ, ਚਾਰੇ ਪਾਸੇ ਫੈਲਿਆ ਹੋਣਾ। ਦੋ ਚੀਜ਼ਾਂ ਕਿਹੜੀਆਂ ਨੇ ਜੀ, ਅੰਡਰ ਨਿਊਟ੍ਰੀਸ਼ਨ, ਮਾਲ ਨਿਊਟ੍ਰੀਸ਼ਨ। ਨਿਊਟ੍ਰੀਸ਼ਨ ਦਾ ਮਤਲਬ ਹੁੰਦਾ ਬੇਟਾ ਪੋਸ਼ਣ ਪੰਜਾਬੀ 'ਚ। ਅੰਡਰ ਨਿਊਟ੍ਰੀਸ਼ਨ ਦਾ ਮਤਲਬ ਕਿ ਹੁਣ ਇੱਕ ਬੱਚਾ ਹੈ ਬੇਟਾ, ਇੱਕ ਬੱਚਾ ਜਨਮ ਲੈਂਦਾ, ਜੇਕਰ ਉਸ ਨੂੰ ਪ੍ਰੋਪਰ ਖੁਰਾਕ ਨਹੀਂ ਮਿਲਦੀ ਤਾਂ ਫਿਰ ਕੀ ਹੋਊਗਾ, ਉਹਦੀ ਗਰੋਥ ਨਹੀਂ ਹੋਣੀ ਪ੍ਰੋਪਰ, ਕਮਜ਼ੋਰ ਰਹਿ ਜਾਊਗਾ। ਦੋ ਕੰਮ ਹੋ ਸਕਦੇ ਨੇ, ਜਾਂ ਤਾਂ ਉਹਨੂੰ ਖੁਰਾਕ ਜਮੀ ਨਾ ਮਿਲੇ ਜਾਂ ਉਸ ਨੂੰ ਘੱਟ ਮਿਲੇ। ਅੰਡਰ ਨਿਊਟ੍ਰੀਸ਼ਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਉਸ ਨੂੰ ਘੱਟ ਮਿਲਦੀ ਹੈ ਖੁਰਾਕ, ਉਹਨੂੰ ਪੋਸ਼ਕ ਤੱਤ ਘੱਟ ਮਿਲਦੇ ਆ, ਉਹਨੂੰ ਆਪਾਂ ਕਹਿੰਦੇ ਆ ਅੰਡਰ ਨਿਊਟ੍ਰੀਸ਼ਨ। ਮਾਲ ਨਿਊਟ੍ਰੀਸ਼ਨ ਦਾ ਮਤਲਬ ਹੈ ਕਿ ਉਸ ਨੂੰ ਖੁਰਾਕ ਤਾਂ ਮਿਲ ਰਹੀ ਹੈ ਲੇਕਿਨ ਉਹ ਮਿਲਾਵਟੀ ਹੈ, ਪ੍ਰੋਪਰ ਨਹੀਂ ਹੈ, ਉੱਥੇ ਵੀ ਉਸ ਦੀ ਗਰੋਥ ਨਹੀਂ ਹੋਣੀ। ਤਾਂ ਇਹ ਦੋ ਜਿਹੜੀਆਂ ਚੀਜ਼ਾਂ ਨੇ ਇਹ ਵਾਈਡ ਸਪਰੈਡ ਨੇ। ਕਿਹੜੀਆਂ? ਅੰਡਰ ਨਿਊਟ੍ਰੀਸ਼ਨ, ਮਾਲ ਨਿਊਟ੍ਰੀਸ਼ਨ। ਅੰਡਰ ਨਿਊਟ੍ਰੀਸ਼ਨ ਸਮਝ ਗਏ, ਜਦੋਂ ਪ੍ਰੋਪਰ ਖੁਰਾਕ ਨਹੀਂ ਮਿਲਦੀ ਬੱਚੇ ਨੂੰ, ਮੰਨ ਲਓ ਜਿੰਨੀ ਬੱਚੇ ਨੂੰ ਖੁਰਾਕ ਚਾਹੀਦੀ ਹੈ ਉਹਨੂੰ ਨਹੀਂ ਮਿਲ ਰਿਹਾ, ਜਿੰਨਾ ਉਸ ਨੂੰ ਦੁੱਧ ਚਾਹੀਦਾ, ਖਾਣਾ ਚਾਹੀਦਾ, ਉਹਨੂੰ ਨਹੀਂ ਮਿਲ ਰਿਹਾ, ਅੰਡਰ ਨਿਊਟ੍ਰੀਸ਼ਨ ਹੋ ਗਿਆ ਬੱਚਾ। ਮਾਲ ਨਿਊਟ੍ਰੀਸ਼ਨ ਕਿ ਉਸ ਨੂੰ ਖੁਰਾਕ ਤਾਂ ਮਿਲੀ ਪਰ
संतुलित नहीं मिली, मिलावटी मिली, सही नहीं मिली, ये चीज़ां हो गई। and are a constant threat to survival and to the attainment of the genetic potential for mental and physical development। ਹੁਣ ਹੁੰਦਾ ਕੀ ਹੈ ਕਿ ਜਦੋਂ ਨਿਊਟ੍ਰੀਸ਼ਨ ਪ੍ਰੋਪਰ ਨਹੀਂ ਹੁੰਦੀ ਬੱਚੇ ਦੀ, ਫਿਰ ਉਹ ਕੌਨਸਟੈਂਟ ਥ੍ਰੈਟ ਬਣ ਜਾਂਦੇ ਨੇ। ਥ੍ਰੈਟ ਦਾ ਮਤਲਬ ਹੁੰਦਾ ਬੇਟਾ ਧਮਕੀ, ਕੌਨਸਟੈਂਟ ਦਾ ਮਤਲਬ ਲਗਾਤਾਰ। ਸਰਵਾਈਵਲ ਉਹਨਾਂ ਦੀ ਇੱਕ ਤਰੀਕੇ ਨਾਲ ਧਮਕਾਉਣ ਲੱਗ ਜਾਂਦੀ ਹੈ ਕਿ ਜ਼ਿੰਦਗੀ ਔਖੀ ਹੋ ਜਾਂਦੀ ਹੈ ਜੀਣੀ ਉਹਨਾਂ ਦੀ, ਅਤੇ ਫਿਰ ਕਿ ਉਹਨਾਂ ਦੀ ਫਿਜ਼ੀਕਲ ਡਿਵੈਲਪਮੈਂਟ ਤੇ ਮੈਂਟਲ ਡਿਵੈਲਪਮੈਂਟ, ਦਿਮਾਗੀ ਡਿਵੈਲਪਮੈਂਟ ਵਿਕਾਸ ਲਾ ਲਓ ਜਾਂ ਸਰੀਰਕ ਵਿਕਾਸ ਲਾ ਲਓ, ਉਹਦੇ ਜਿਹੜੇ ਜੈਨੇਟਿਕ ਪੋਟੈਂਸ਼ੀਅਲ ਦੇ ਨੂੰ ਅਟੇਨ ਕਰਨ ਦੇ ਲਈ, ਨੂੰ ਪ੍ਰਾਪਤ ਕਰਨ ਦੇ ਲਈ, ਅਟੇਨਮੈਂਟ ਦਾ ਮਤਲਬ ਹੁੰਦਾ ਬੇਟਾ ਪ੍ਰਾਪਤੀ। ਦੇਖੋ ਕੋਈ ਵੀ ਬੱਚਾ ਹੈ, ਉਸ ਦਾ ਸਰੀਰਕ ਵਿਕਾਸ ਹੋਣਾ ਚਾਹੀਦਾ ਹੈ, ਉਸ ਦਾ ਮੈਂਟਲ ਡਿਵੈਲਪਮੈਂਟ ਹੋਣੀ ਚਾਹੀਦੀ ਹੈ। ਉਸ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਸਾਡੇ ਲਈ ਥ੍ਰੈਟ ਖੜੀ ਹੋ ਜਾਂਦੀ ਹੈ। ਕਿਉਂ? ਕਿਉਂਕਿ ਉਸ ਨੂੰ ਪ੍ਰੋਪਰ ਖਾਣਾ ਤਾਂ ਮਿਲ ਹੀ ਨਹੀਂ ਰਿਹਾ। ਜੇ ਇੱਕ ਬੱਚੇ ਨੂੰ ਪ੍ਰੋਪਰ ਖਾਣਾ ਹੀ ਨਹੀਂ ਮਿਲ ਰਿਹਾ, ਦੱਸੋ ਉਸਦੀ ਮੈਂਟਲ ਡਿਵੈਲਪਮੈਂਟ ਕਿਵੇਂ ਹੋਊਗੀ, ਉਸਦੀ ਫਿਜ਼ੀਕਲ ਡਿਵੈਲਪਮੈਂਟ ਕਿਵੇਂ ਹੋਊਗੀ? ਔਖਾ ਹੋ ਗਿਆ ਨਾ। ਇਸ ਲਾਈਨ ਦੇ ਵਿੱਚ ਇਹ ਦੱਸਿਆ ਹੋਇਆ ਹੈ। ਇੱਥੇ ਵਰਡ ਆਇਆ ਜੀ ਜੈਨੇਟਿਕ ਪੋਟੈਂਸ਼ੀਅਲ, ਜੋ ਤੁਹਾਡੀ ਗਲੋਸਰੀ 'ਚ। ਜੈਨੇਟਿਕ ਪੋਟੈਂਸ਼ੀਅਲ ਦਾ ਮਤਲਬ ਹੈ ਦਾ ਕੈਪੈਸਿਟੀ ਫॉर ਗਰੋਥ, ਪ੍ਰੋਡਕਟਿਵਿਟੀ ਇਨਹੈਰੈਂਟ ਇਨ ਅ ਲਿਵਿੰਗ ਥਿੰਗ। ਕੋਈ ਵੀ ਬੇਟਾ ਇਨਸਾਨ ਪੈਦਾ ਹੁੰਦਾ ਹੈ ਦੁਨੀਆ ਦੇ ਵਿੱਚ, ਕੋਈ ਵੀ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਹਦੇ ਅੰਦਰ ਇੱਕ ਕੈਪੈਸਿਟੀ ਹੁੰਦੀ ਹੈ ਗਰੋ ਕਰਨ ਦੀ। ਹਰ ਬੱਚੇ ਦੇ ਅੰਦਰ, ਤੁਹਾਡੇ ਅੰਦਰ ਵੀ ਸੀ, ਮੇਰੇ ਅੰਦਰ ਵੀ ਸੀ, ਜੋ ਬੱਚੇ ਹੁਣ ਹੋ ਰਹੇ ਨੇ ਉਹਨਾਂ ਦੇ ਅੰਦਰ ਵੀ ਸੀ। ਪਰ ਉਹ ਕੈਪੈਸਿਟੀ ਤਾਂ ਹੋਊਗੀ ਨਾ ਜੇ ਉਸ ਨੂੰ ਖਾਣਾ ਮਿਲੂਗਾ। ਇਹਨੂੰ ਕਹਿੰਦੇ ਆ ਜੀ ਜੈਨੇਟਿਕ ਪੋਟੈਂਸ਼ੀਅਲ। ਜੈਨੇਟਿਕ ਸ਼ਬਦ ਜੀਨ ਤੋਂ ਬਣਿਆ। ਜੀਨ ਸਮਝਦੇ ਹੋ ਨਾ, GENE, ਜੀਨ ਤੋਂ ਗੁਣਸੂਤਰ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ, ਤਾਂ ਜੀਨ ਤੋਂ ਜੈਨੇਟਿਕ ਪੋਟੈਂਸ਼ੀਅਲ ਬਣਿਆ। ਪੋਟੈਂਸ਼ੀਅਲ ਦਾ ਮਤਲਬ ਹੁੰਦਾ ਬੇਟਾ ਸਮਰੱਥਾ, ਕਿ ਇੱਕ ਸਾਡੀ ਨਾ ਇਨਬੋਰਨ ਪੋਟੈਂਸ਼ੀਅਲ ਹੁੰਦੀ ਹੈ, ਸਮਰੱਥਾ ਹੁੰਦੀ ਹੈ ਕਿ ਅਸੀਂ ਆਪਣੇ ਆਪ ਦਾ ਵਿਕਾਸ ਕਰਨਾ ਹੁੰਦਾ ਹੈ। ਲੇਕਿਨ ਉਹ ਵਿਕਾਸ ਹੈ ਜਿਹੜੀ, ਉਹ ਮੈਂਟਲ ਡਿਵੈਲਪਮੈਂਟ ਹੈ, ਫਿਜ਼ੀਕਲ ਡਿਵੈਲਪਮੈਂਟ ਹੈ, ਉਹ ਕਿਸ ਤੇ ਡਿਪੈਂਡ ਹੈ? ਉਹ ਨਿਊਟ੍ਰੀਸ਼ਨ ਤੇ ਡਿਪੈਂਡੈਂਟ ਹੈ। ਜੇ ਨਿਊਟ੍ਰੀਸ਼ਨ ਹੀ ਨਹੀਂ ਹੋ ਰਿਹਾ ਬੱਚੇ ਦਾ, ਉਹਦੀ ਮੈਂਟਲ ਡਿਵੈਲਪਮੈਂਟ ਤੇ ਫਿਜ਼ੀਕਲ ਡਿਵੈਲਪਮੈਂਟ ਕਿਵੇਂ ਹੋਊਗੀ? ਇਹੀ ਗੱਲ ਇੱਥੇ ਕਹੀ ਜਾ ਰਹੀ। The diet consists primarily of cereals which provide from 70 to 80% of the calories and 65 to 70% of the protein intake। ਹੁਣ ਯਾਦ ਕਰੋ ਆਪਾਂ ਜਿਹੜਾ ਪਿਛਲਾ ਪੈਰਾ ਕਰਿਆ ਸੀ, ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਜਿਹੜੇ ਡਿਵੈਲਪ ਨੇਸ਼ਨਸ ਹੈ, ਉਹਨਾਂ ਦੇ ਵਿੱਚ ਜਿਹੜੇ ਉੱਥੇ ਦੇ ਵਸਨੀਕ ਹੈ ਜਾਂ ਪੋਪੂਲੇਸ਼ਨ ਹੈ ਜਾਂ ਲੋਕ ਹੈ, ਉਹਨਾਂ ਦਾ ਜ਼ਿਆਦਾਤਰ ਖਾਣੇ ਦਾ ਜਿਹੜਾ ਮੇਜਰ ਪੋਰਸ਼ਨ ਹੈ ਉਹ ਕੀ ਸੀਗਾ ਜੀ? ਐਗਸ, ਨੌਨ ਵੈਜ, ਇਹ ਚੀਜ਼ਾਂ ਸੀਗੀਆਂ। ਇੱਥੇ ਦੇਖੋ ਸਾਡੇ ਲੋਕਾਂ ਦੀ ਜਿਹੜੀ ਡਾਈਟ ਹੈ, ਡਿਵੈਲਪਿੰਗ ਨੇਸ਼ਨਸ ਦੇ ਲੋਕਾਂ ਦੀ ਜਿਹੜੀ ਡਾਈਟ ਹੈ, ਉਹ ਪ੍ਰਾਇਮਰੀਲੀ ਮੇਨ ਤੌਰ ਤੇ ਕਿਹੜੀ ਹੈ ਜੀ? ਸੀਰੀਅਲਸ। ਸੀਰੀਅਲ ਦਾ ਮਤਲਬ ਅਨਾਜ, ਆਟਾ, ਇਹਨੂੰ ਕਹਿੰਦੇ ਆਪਾਂ। ਇਹ ਮੇਨ ਉਹਨਾਂ ਦੀ ਡਾਈਟ ਹੈ, ਅਤੇ ਇਹ ਜਿਹੜੀ ਡਾਈਟ ਹੈ ਉਹਦੇ ਤੋਂ ਇਹਨਾਂ ਨੂੰ ਆਪਣੀ ਜਿੰਨੀ ਲੋੜ ਹੁੰਦੀ ਹੈ, ਕੈਲਰੀਜ਼ ਤਾਂ ਸਭ ਨੂੰ ਚਾਹੀਦੀ ਹੈ ਨਾ, એનર્ਜੀ ਸਭ ਨੂੰ ਚਾਹੀਦੀ ਹੈ। ਕੈਲਰੀਜ਼ ਦਾ ਮਤਲਬ એનર્ਜੀ ਹੈ, ਇੱਥੋਂ એનર્ਜੀ ਦਾ ਯੂਨਿਟ ਹੈ ਨਾ ਕੈਲਰੀਜ਼। એનર્ਜੀ ਦੀਆਂ ਜਿਹੜੀਆਂ 70 ਤੋਂ 80% ਜਿਹੜਾ ਹਿੱਸਾ ਹੈ ਉਹ ਕਿਹਦੇ ਤੋਂ ਆਉਂਦਾ ਹੈ ਜੀ? ਅਨਾਜ ਤੋਂ, ਆਟੇ ਤੋਂ। ਉਹਨੂੰ ਆਟਾ ਜਿਹੜਾ ਮਰਜ਼ੀ ਹੋਵੇ, ਕਣਕ ਦਾ ਹੋਵੇ, ਮੱਕੀ ਦਾ ਹੋਵੇ, ਜਵਾਰ ਦਾ ਹੋਵੇ, ਸੀਰੀਅਲ ਤੋਂ ਆਉਂਦਾ ਹੈ ਜੀ। ਉਹਨਾਂ ਦੀ એનર્ਜੀ ਜਿਹੜੀ ਹੈ ਉਸਦਾ 70 ਤੋਂ 80% એનર્ਜੀ ਦੀਆਂ ਲੋੜਾਂ ਕੌਣ ਪੂਰੀਆਂ ਕਰ ਰਹੇ ਹੈ ਜੀ? ਸੀਰੀਅਲਸ ਪੂਰੇ ਕਰ ਰਹੇ ਨੇ। 65 to 70%, 65 ਤੋਂ 70% ਦੀ ਜਿਹੜੀ ਪ੍ਰੋਟੀਨ ਮਿਲਦੀ ਉਹਨਾਂ ਨੂੰ, ਪ੍ਰੋਟੀਨ ਇਨਟੇਕ। ਦੇਖੋ ਪ੍ਰੋਟੀਨ ਬੜੀ ਜ਼ਰੂਰੀ ਹੈ ਸਰੀਰ ਨੂੰ ਡਿਵੈਲਪ ਹੋਣ ਦੇ ਲਈ। ਸਭ ਤੋਂ ਜ਼ਿਆਦਾ ਜ਼ਰੂਰੀ ਪ੍ਰੋਟੀਨ ਹੁੰਦੀ ਹੈ। ਉਹਦਾ ਰੀਜ਼ਨ ਹੈ ਕਿ ਹੱਡੀਆਂ ਦੇ ਲਈ, ਮਾਸਪੇਸ਼ੀਆਂ ਦੇ ਲਈ, ਮਸਲਸ ਦੇ ਲਈ, ਬੋਨ ਦੇ ਲਈ ਪ੍ਰੋਟੀਨ ਖਾਣਾ ਬਹੁਤ ਜ਼ਰੂਰੀ ਹੈ। ਆਪਾਂ ਕਿੰਨੀ ਪ੍ਰੋਟੀਨ ਖਾਂਦੇ ਹਾਂ? ਹੁਣ ਸਾਰੇ ਜਣੇ ਕਹਿੰਦੇ ਨੇ ਜੀ ਪ੍ਰੋਟੀਨ ਤਾਂ ਐਗ 'ਚ ਹੁੰਦੀ ਹੈ, ਫਿਸ਼ 'ਚ ਹੁੰਦੀ ਹੈ। ਨੋ, ਸੋਇਆ 'ਚ ਵੀ ਹੁੰਦੀ ਹੈ। ਕਿੰਨੀ ਕੁ ਆਪਾਂ ਸੋਇਆਬੀਨ ਖਾ ਲੈਂਦੇ? ਮੈਨੂੰ ਦੱਸੋ। ਦਾਲਾਂ 'ਚ ਪ੍ਰੋਟੀਨ ਹੁੰਦੀ ਹੈ। ਆਪਣੇ ਲੋਕ ਕਿੰਨੀ ਕੁ ਦਾਲਾਂ ਖਾਂਦੇ ਨੇ? ਸਾਡੇ ਲੋਕਾਂ ਦੀ ਫਿਜ਼ੀਕਲ ਫਿਟਨੈਸ ਹੈ ਉਹ ਕਿਉਂ ਨਹੀਂ ਹੈ? ਸਾਡੇ ਖਾਣੇ ਹੀ ਗਲਤ ਨੇ। ਅਸੀਂ ਤਾਂ ਆਟੇ ਤੇ ਜ਼ੋਰ ਦਿੰਦੇ ਹਾਂ। ਆਪਾਂ ਸਵੇਰੇ ਸ਼ੁਰੂ ਹੋ ਜਾਂਦੇ ਆਟਾ ਖਾਣ, 2 ਪਰੌਂਠੇ ਸਵੇਰੇ, 4 ਰੋਟੀਆਂ ਦੁਪਹਿਰੇ, 3-4 ਰੋਟੀਆਂ ਸ਼ਾਮ ਨੂੰ। ਆਪਾਂ ਜ਼ਰੂਰਤ ਨਾਲੋਂ ਜ਼ਿਆਦਾ ਆਟਾ ਖਾਂਦੇ ਹਾਂ, ਪ੍ਰੋਟੀਨ ਤਾਂ ਖਾਂਦੇ ਹੀ ਨਹੀਂ। ਤਾਂ ਉਹਦੇ ਨਾਲ ਹੋਊਗਾ ਕੀ? ਹੁੰਦਾ ਕੀ ਹੈ ਕਿ ਜਦੋਂ ਆਪਾਂ ਕਾਰਬੋਹਾਈਡਰੇਟ, ਆਟੇ 'ਚ ਕੀ ਹੈ? ਕਾਰਬੋਹਾਈਡਰੇਟ ਹੈ, ਪ੍ਰੋਟੀਨ ਤਾਂ ਹੈ ਨਹੀਂ। ਜਾਂ ਫੈਟਸ ਹੈ ਜਾਂ ਕਾਰਬੋਹਾਈਡਰੇਟ। ਤਾਂ ਜਦੋਂ ਕਾਰਬੋਹਾਈਡਰੇਟ ਆਪਾਂ ਜ਼ਿਆਦਾ ਲੈ ਰਹੇ ਹਾਂ ਤਾਂ ਕਾਰਬੋਹਾਈਡਰੇਟ ਜ਼ਿਆਦਾ ਲੈਣ ਨਾਲ ਕੀ ਹੁੰਦਾ ਹੈ? ਉਹ ਫੈਟ ਬਣ ਜਾਂਦੇ ਆ। ਫਿਰ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ, ਓਬੈਸਿਟੀ ਦੀ ਪ੍ਰੋਬਲਮ ਆਉਂਦੀ ਹੈ, ਹੋਰ ਆਉਂਦੀ ਹੈ, ਤਾਂ ਬਹੁਤ ਦਿੱਕਤ ਆਉਂਦੀ ਹੈ। ਇੱਥੇ ਹੀ ਕਹੀ ਗਈ ਹੈ ਕਿ ਪ੍ਰੋਟੀਨ ਦਾ ਇੰਟੇਕ ਤਾਂ ਬਹੁਤ ਘੱਟ ਹੈ ਤੇ ਕਾਰਬੋਹਾਈਡਰੇਟ ਦਾ ਇੰਟੇਕ ਦਾ ਮਤਲਬ ਅੰਦਰ ਜਿਹੜੀ ਆਪਾਂ ਚੀਜ਼ ਲੈ ਕੇ ਜਾਂਦੇ ਹਾਂ ਉਹਦਾ ਬਹੁਤ ਜ਼ਿਆਦਾ।
Animal proteins are so scarce and expensive as to be beyond the economic reach of the vast majority of the population. ਹੁਣ ਪ੍ਰੋਬਲਮ ਕੀ ਆ ਜਾਂਦੀ ਹੈ, ਸਾਨੂੰ ਪ੍ਰੋਟੀਨ ਚਾਹੀਦੀ ਹੈ। ਪ੍ਰੋਟੀਨ ਜ਼ਿਆਦਾਤਰ ਐਨੀਮਲਸ ਤੋਂ ਮਿਲਦੀ ਹੈ, ਦੇਖੋ ਹੈ ਨਾ, ਐਗਸ ਵਗੈਰਾ ਐਨੀਮਲਸ ਤੋਂ ਮਿਲਦੇ ਆ, ਸਾਨੂੰ ਫਿਸ਼ ਵਗੈਰਾ ਉਹ ਤੋਂ ਮਿਲਦੀ ਹੈ। ਇਹ ਜਿਹੜੀ ਐਨੀਮਲ ਪ੍ਰੋਟੀਨ ਹੈ ਇਹ ਬਹੁਤ ਜ਼ਿਆਦਾ ਥੋੜੀ ਹੈ। ਸਕੈਸ ਦਾ ਮਤਲਬ ਥੋੜੀ, ਐਕਸਪੈਂਸਿਵ ਦਾ ਮਤਲਬ ਕੋਸਟਲੀ। ਦੋ ਚੀਜ਼ਾਂ ਆ ਗਈਆਂ ਜੀ। ਐਨੀਮਲ ਪ੍ਰੋਟੀਨ ਇੱਕ ਤਾਂ ਥੋੜੀ ਹੈ, ਦੂਸਰਾ ਐਕਸਪੈਂਸਿਵ ਹੈ। ਇਸ ਕਰਕੇ ਇਹ ਪੋਪੂਲੇਸ਼ਨ ਵਸੋਂ ਦੀ ਮੇਜੋਰਟੀ, ਵਾਸਟ ਮੇਜੋਰਟੀ ਵਿੱਚ ਜ਼ਿਆਦਾਤਰ ਜਿਹੜੀ ਮੇਜੋਰਟੀ ਹੈ ਵਸੋਂ ਦੀ, ਉਸ ਦੀ ਇਕਨੋਮਿਕ ਰੀਚ ਦੇ ਤੋਂ ਪਰਾਂ, ਇਹ ਬਿਆਨ ਦਾ ਮਤਲਬ ਪਰਾਂ, ਮਤਲਬ ਕਿ ਉਹਨਾਂ ਕੋਲ ਇੰਨਾ ਪੈਸਾ ਹੀ ਨਹੀਂ ਹੈਗਾ ਕਿ ਉਹ ਐਨੀਮਲ ਪ੍ਰੋਟੀਨ ਅਫੋਰਡ ਕਰ ਸਕਣ। ਇਹਦਾ ਮਤਲਬ ਇਹ ਹੈ ਜ਼ਿਆਦਾਤਰ ਜਿਹੜੀ ਵਸੋਂ ਹੈ ਉਹ ਇੰਨੀ ਗਰੀਬ ਹੈ ਕਿ ਉਹ ਐਨੀਮਲ ਪ੍ਰੋਟੀਨ ਲੈ ਹੀ ਨਹੀਂ ਸਕਦੀ। ਉਹ ਐਗਸ ਵਗੈਰਾ, ਡੇਅਰੀ ਪ੍ਰੋਡਕਟਸ ਵਗੈਰਾ, ਫਿਸ਼ ਵਗੈਰਾ, ਨੌਨ ਵੈਜ ਜਿਹਦੇ ਵਿੱਚ ਜ਼ਿਆਦਾਤਰ ਪ੍ਰੋਟੀਨ ਹੁੰਦੀ ਹੈ, ਉਹ ਉਸ ਨੂੰ ਅਫੋਰਡ ਹੀ ਨਹੀਂ ਕਰ ਪਾਉਂਦੀ। Although many of these nations were self-sufficient and some were exporters of cereals before the Second World War, they are now net importers, victims of population growth, outrunning agriculture production. ਕਹਿੰਦੇ ਹਾਲਾਂਕਿ, although, ਹਾਲਾਂਕਿ ਜ਼ਿਆਦਾਤਰ ਜਿਹੜੇ ਇਹ ਵਾਲੇ ਨੇਸ਼ਨਸ ਹੈ, ਡਿਵੈਲਪਿੰਗ ਕੰਟਰੀਜ਼ ਨੇ, ਇਹ ਸੈਕਿੰਡ ਵਰਲਡ ਵਾਰ ਤੋਂ ਪਹਿਲਾਂ, ਸੈਕਿੰਡ ਵਰਲਡ ਵਾਰ ਜਿਹੜਾ ਕਿ 1939 ਤੋਂ 45 ਦੇ ਵਿੱਚ ਹੋਈ ਹੈ ਬੇਟਾ, ਉਸ ਵਰਲਡ ਵਾਰ ਤੋਂ ਪਹਿਲਾਂ ਇਹ ਸੈਲਫ ਸਫੀਸ਼ੀਐਂਟ ਸੀਗੇ। ਮਤਲਬ ਇਹਨਾਂ ਕੋਲੇ ਅਨਾਜ ਬਹੁਤ ਹੁੰਦਾ ਸੀ, ਇਹਨਾਂ ਦੇਸ਼ਾਂ ਦੇ ਅੰਦਰ ਅਨਾਜ ਦੀ ਜਿਹੜੀ ਪੈਦਾਵਾਰ ਸੀ ਉਹ ਬਹੁਤ ਹੁੰਦੀ ਸੀ। ਈਵਨ ਕਿ ਐਕਸਪੋਰਟਰ ਵੀ ਸੀ। ਐਕਸਪੋਰਟਰ ਦਾ ਮਤਲਬ ਨਿਰਯਾਤ ਕਰਨ ਵਾਲਾ। ਨਿਰਯਾਤ ਸਮਝਦੇ ਹੋ ਨਾ, ਜਦੋਂ ਆਪਾਂ ਚੀਜ਼ਾਂ ਬਾਹਰ ਭੇਜਦੇ ਹਾਂ ਉਹਨੂੰ ਆਪਾਂ ਐਕਸਪੋਰਟਰ ਕਹਿੰਦੇ ਹਾਂ। ਤਾਂ ਇਹ ਜਿਹੜੇ ਦੇਸ਼ ਸੀਗੇ ਇਹ ਅਨਾਜ ਦਾ ਐਕਸਪੋਰਟ ਵੀ ਕਰਦੇ ਸੀ, ਨਿਰਯਾਤ ਵੀ ਕਰਦੇ ਸੀ, ਬਾਹਰ ਵੀ ਭੇਜਦੇ ਸੀ। ਕਦੋਂ? ਸੈਕਿੰਡ ਵਰਲਡ ਵਾਰ ਤੋਂ ਪਹਿਲਾਂ। ਪਰੰਤੂ ਜਦੋਂ ਸੈਕਿੰਡ ਵਰਲਡ ਵਾਰ ਹੋਈ ਫਿਰ ਕੀ ਹੋਇਆ? ਦੇ ਆਰ ਨਾਓ ਨੈਟ ਇੰਪੋਰਟਰਸ। ਐਕਸਪੋਰਟਰ ਤੋਂ ਕੀ ਬਣ ਗਏ? ਇੰਪੋਰਟਰ ਬਣ ਗਏ। ਇੰਪੋਰਟਰ ਦਾ ਮਤਲਬ ਕੀ ਹੁੰਦਾ ਹੈ? ਆਯਾਤ ਕਰਨ ਵਾਲਾ। ਦੇਖੋ ਦੋ ਸ਼ਬਦ ਆਏ ਆ ਤੁਹਾਡੀ ਵੋਕੈਬਲਰੀ ਚ ਵਾਧਾ ਕਰਨ ਵਾਲੇ। ਇੱਕ ਆਇਆ ਐਕਸਪੋਰਟਰ, ਦੂਜਾ ਆਇਆ ਇੰਪੋਰਟਰ। ਐਕਸਪੋਰਟਰ ਹੁੰਦਾ ਜੀ ਜਿਹੜੀ ਫਰਮ ਕੋਈ ਚੀਜ਼ ਬਾਹਰ ਭੇਜਦੀ ਹੈ ਉਹਨੂੰ ਆਪਾਂ ਐਕਸਪੋਰਟਰ ਕਹਿੰਦੇ ਆ, ਤੇ ਉਹੀ ਫਰਮ, ਉਹੀ ਕੰਪਨੀ ਕੋਈ ਬਾਹਰੋਂ ਚੀਜ਼ ਮੰਗਾਵੇ ਉਹਨੂੰ ਆਪਾਂ ਇੰਪੋਰਟਰ ਕਹਿੰਦੇ ਆ। ਤਾਂ ਇਹ ਇੱਕ ਦੂਜੇ ਦੇ ਐਂਟਨੀਮ ਹੈ, ਐਕਸਪੋਰਟਰ ਇੰਪੋਰਟਰ। ਹੁਣ ਉਹ ਇੰਪੋਰਟਰ ਬਣ ਗਏ ਵੀ। ਕਿਉਂ? ਕਿਉਂਕਿ ਪੋਪੂਲੇਸ਼ਨ ਗਰੋਥ ਇੰਨੀ ਜ਼ਿਆਦਾ ਹੋ ਗਈ, ਵਸੋਂ ਇੰਨੀ ਜ਼ਿਆਦਾ ਵੱਧ ਗਈ ਕਿ ਉਸਨੇ ਐਗਰੀਕਲਚਰ ਪ੍ਰੋਡਕਸ਼ਨ ਨੂੰ ਆਊਟਰਨ ਕਰਤਾ। ਆਊਟਰਨ ਦਾ ਮਤਲਬ ਪਿੱਛੇ ਛੱਡਤਾ। ਦੋ ਦੌੜਾਕ ਭੱਜਦੇ ਨੇ, ਇੱਕ ਦੌੜਾਕ ਅੱਗੇ ਲੰਘ ਜੇ ਦੂਜਾ ਪਿੱਛੇ ਰਹਿ ਜੇ ਤਾਂ ਆਪਾਂ ਕਹਿੰਦੇ ਕਿ ਦੂਜੇ ਦੌੜਾਕ ਨੇ ਪਹਿਲੇ ਵਾਲੇ ਨੂੰ ਆਊਟਰਨ ਕਰਤਾ। ਹੁਣ ਇੱਥੇ ਦੋ ਚੀਜ਼ਾਂ ਦੀ ਤੁਲਨਾ ਹੋ ਰਹੀ ਹੈ। ਇੱਕ ਕੀ ਹੈ ਜੀ? ਐਗਰੀਕਲਚਰ ਪ੍ਰੋਡਕਸ਼ਨ, ਖੇਤੀਬਾੜੀ ਦਾ ਪੈਦਾਵਾਰ। ਦੂਜੀ ਹੈ ਪੋਪੂਲੇਸ਼ਨ ਗਰੋਥ, ਵਸੋਂ ਦਾ ਵਾਧਾ। ਪੋਪੂਲੇਸ਼ਨ ਗਰੋਥ, ਐਗਰੀਕਲਚਰ ਪ੍ਰੋਡਕਸ਼ਨ। ਐਗਰੀਕਲਚਰ ਪ੍ਰੋਡਕਸ਼ਨ ਪਿੱਛੇ ਰਹਿ ਗਈ, ਪੋਪੂਲੇਸ਼ਨ ਗਰੋਥ ਅੱਗੇ ਵੱਧ ਗਈ। ਤਾਂ ਪੋਪੂਲੇਸ਼ਨ ਗਰੋਥ ਨੇ ਐਗਰੀਕਲਚਰ ਪ੍ਰੋਡਕਸ਼ਨ ਨੂੰ ਪਿੱਛੇ ਛੱਡਤਾ। ਤਾਂ ਹੁਣ ਜਦੋਂ ਵਸੋਂ ਵੱਧ ਗਈ, ਪੈਦਾਵਾਰ ਵਧੀ ਨਹੀਂ, ਤਾਂ ਫਿਰ ਕੀ ਹੋਊਗਾ? ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਸਾਰਾ ਕੁਝ ਹੋਣਾ। ਇਹ ਹਾਲਾਤ ਹੋਏ ਆ ਜੀ ਸੈਕਿੰਡ ਵਰਲਡ ਵਾਰ ਤੋਂ ਬਾਅਦ ਇਹਨਾਂ ਦੇਸ਼ਾਂ 'ਚ। There is little possibility in these countries of expanding cultivated area to cope up with the growing demands. ਕਹਿੰਦੇ ਬਹੁਤ ਘੱਟ, there is little possibility। ਧਿਆਨ ਨਾਲ ਦੇਖੋ, little ਪਾਇਆ ਹੋਇਆ, ਆ little ਨਹੀਂ ਪਾਇਆ ਹੋਇਆ। ਮੈਂ ਤੁਹਾਨੂੰ ਜਦੋਂ ਡਿਟਰਮੀਨਰਸ ਕਰਾਇਆ ਸੀ ਤਾਂ ਮੈਂ ਦੱਸਿਆ ਸੀ little ਤੇ ਆ little ਦਾ ਫਰਕ ਦੱਸਿਆ ਸੀ। little ਦਾ ਮਤਲਬ ਕੀ ਦੱਸਿਆ ਸੀ ਮੈਂ ਤੁਹਾਨੂੰ? ਨੈਗੇਟਿਵ। ਜਦੋਂ little ਕੱਲਾ ਯੂਜ਼ ਹੁੰਦਾ ਹੈ ਉਹਦਾ ਮਤਲਬ ਹੁੰਦਾ ਹੈ no, ਤੇ ਜੇ ਇੱਥੇ ਆ little ਪਾਇਆ ਹੁੰਦਾ ਤਾਂ ਫਿਰ ਆਪਾਂ ਕੀ ਕਹਿੰਦੇ? ਪੋਜ਼ਿਟਿਵ, ਮਤਲਬ ਸਮ, ਥੋੜਾ। ਫਿਰ ਆਪਾਂ ਕਹਿੰਦੇ ਹਾਂ ਇੱਥੇ ਕੱਲਾ ਲਿਟਲ ਪਾਇਆ ਹੋਇਆ, ਇਹਦਾ ਮਤਲਬ ਇਹ ਹੋਇਆ ਕਹਿੰਦੇ ਇਹਨਾਂ ਕੰਟਰੀਜ਼ ਦੇ ਵਿੱਚ ਕੋਈ ਪੋਸੀਬਿਲਿਟੀ ਨਹੀਂ ਹੈ, ਕੋਈ ਸੰਭਾਵਨਾ ਨਹੀਂ ਹੈ ਕਿ ਇਹ ਆਪਣੇ ਕਲਟੀਵੇਟਿਡ ਏਰੀਆ ਨੂੰ, ਕਲਟੀਵੇਟਿਡ ਏਰੀਆ ਦਾ ਮਤਲਬ ਜਿੱਥੇ ਜ਼ਮੀਨ ਦੇ ਉੱਪਰ ਪੈਦਾਵਾਰ ਕੀਤੀ ਜਾਂਦੀ ਹੈ ਖੇਤੀਬਾੜੀ ਦੀ, ਉਹਨੂੰ ਕਲਟੀਵੇਟਿਡ ਏਰੀਆ ਕਹਿੰਦੇ। ਇਹ ਆਪਣੇ ਕਲਟੀਵੇਟਿਡ ਏਰੀਆ ਨੂੰ ਵਧਾ ਲੈਣ, ਐਕਸਪੈਂਡ ਕਰ ਲੈਣ। ਐਕਸਪੈਂਡ ਦਾ ਮਤਲਬ ਵਧਾਉਣਾ। ਇਹ ਆਪਣੇ ਕਲਟੀਵੇਟਿਡ ਏਰੀਆ ਨੂੰ ਵਧਾ ਲੈਣ ਤਾਂ ਕਿ ਇਹ ਵਧਦੀਆਂ ਹੋਈਆਂ ਡਿਮਾਂਡਸ ਨੂੰ ਕੋਪ ਕਰ ਸਕਣ। ਤਾਂ ਕੋਪ ਦਾ ਮਤਲਬ ਹੁੰਦਾ ਹੈ ਕਿ ਇਹ ਵਧਦੀਆਂ ਡਿਮਾਂਡਸ ਨੂੰ ਨਜਿੱਠ ਸਕਣ। ਨਜਿੱਠਣਾ, ਇਸ ਲਾਈਨ ਦਾ ਮਤਲਬ ਕੀ ਹੈ? ਇਹਨਾਂ ਕੰਟਰੀਜ਼ ਦੇ ਵਿੱਚ ਪੋਸੀਬਿਲਿਟੀ ਹੈ ਹੀ ਨਹੀਂ, ਸੰਭਾਵਨਾ ਹੈ ਹੀ ਨਹੀਂ ਇਹਨਾਂ ਕੰਟਰੀਜ਼ ਦੇ ਵਿੱਚ ਕਿ ਇਹ ਆਪਣਾ ਕਲਟੀਵੇਟਿਡ ਏਰੀਆ, ਐਗਰੀਕਲਚਰ ਵਾਲਾ ਏਰੀਆ ਵਧਾ ਲੈਣ, ਕਿਉਂਕਿ ਵਸੋਂ ਇੰਨੀ ਜ਼ਿਆਦਾ ਹੈ।
ਵਸੋਂ ਨੂੰ ਰਹਿਣ ਦੇ ਲਈ ਥਾਂ ਵੀ ਚਾਹੀਦਾ ਹੈ, ਘਰ ਵੀ ਉਸੇ ਜ਼ਮੀਨ ਤੇ ਹੀ ਬਣਨੇ ਨੇ, ਘਰ ਬਣੀ ਜਾਣਗੇ ਖੇਤ ਥੋੜੀ ਜਾਣਗੇ। ਫਰਕ ਪੈ ਰਿਹਾ ਨਾ, ਇੰਡੀਆ ਦੇ ਨਾਲ ਇਹ ਸਿਚੁਏਸ਼ਨ ਆਈ ਹੋਈ ਹੈ। The situation worsens as crop yields remain stagnant while human numbers continue to increase at frightening rates। ਹੁਣ ਹੋ ਕੀ ਰਿਹਾ ਹੈ ਕਿ ਸਿਚੁਏਸ਼ਨ ਵਰਸਨ, ਵਰਸ ਬੈਡ ਵਰਸ ਵਰਸਟ ਹੈ ਨਾ, ਡਿਗਰੀਆਂ ਹੁੰਦੀਆਂ ਨੇ। ਵਰਸਟ ਸ਼ਬਦ ਤੋਂ ਵਰਸਨ ਬਣਦਾ ਹੈ, ਇਹ ਵਰਬ ਬਣ ਜਾਂਦੀ ਹੈ। ਦੇਖੋ ਜਿਹੜਾ ਵਰਸ ਸ਼ਬਦ ਹੈ ਇਹ ਐਡਜੈਕਟਿਵ ਹੈ, ਵਰਸ ਬੈਡ ਦੀ ਦੂਜੀ ਡਿਗਰੀ ਹੈ ਇਹ। ਜੇ ਆਪਾਂ ਵਰਸ ਦੇ ਪਿੱਛੇ ਐਨ ਲਾ ਦਈਏ ਇਹ ਵਰਬ ਬਣ ਜਾਂਦੀ ਹੈ। ਬੁਰੀ ਚੀਜ਼ ਹੋਣਾ, ਹੋਰ ਬੁਰੀ ਹੋਣਾ, ਉਹਨੂੰ ਕਹਿੰਦੇ ਨੇ ਵਰਸਨ। ਤਾਂ ਹੁਣ ਇਹ ਜਿਹੜੀ ਸਿਚੁਏਸ਼ਨ ਹੈ ਹੋਰ ਜ਼ਿਆਦਾ ਬੁਰੀ ਹੋ ਗਈ ਕਿਉਂਕਿ ਜਿਹੜਾ ਫਸਲਾਂ ਦਾ ਝਾੜ ਹੈ ਉਹ ਤਾਂ ਸਟੈਗਨੈਂਟ ਹੈ। ਸਟੈਗਨੈਂਟ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਖੜਾ, ਉਹਦੇ 'ਚ ਤਾਂ ਖੜੋਤ ਆਈ ਵੀ ਹੈ ਫਸਲਾਂ ਦੇ ਝਾੜ 'ਚ। ਜਦ ਕਿ ਜਿਹੜੀ ਹਿਊਮਨ ਨੰਬਰਸ ਨੇ, ਵਸੋਂ, ਹਿਊਮਨ ਨੰਬਰਸ ਦਾ ਮਤਲਬ ਤੇ ਪੋਪੂਲੇਸ਼ਨ, ਕਿ ਜਿਹੜੀ ਵਸੋਂ ਹੈ ਉਹ ਫਰਾਈਟਨਿੰਗ ਰੇਟਸ ਤੇ, ਫਰਾਈਟਨਿੰਗ ਦਾ ਮਤਲਬ ਡੇਂਜਰਸ, ਇਹ ਡੇਂਜਰਸ ਰੇਟ ਤੇ ਉਹ ਇਨਕਰੀਜ਼ ਹੋ ਰਹੀ ਹੈ। ਤਾਂ ਬੇਟਾ ਇਸ ਪੈਰੇ ਦੇ ਵਿੱਚ ਕੀ ਦੱਸਿਆ ਗਿਆ? ਇਸ ਪੈਰੇ ਦੇ ਵਿੱਚ ਜਿਹੜੇ ਸਾਡੇ ਇੰਡੀਆ ਵਰਗੇ ਡਿਵੈਲਪਿੰਗ ਨੇਸ਼ਨਸ ਨੇ ਉਹਨਾਂ ਦੇ ਹਾਲਾਤਾਂ ਨੂੰ ਬਿਆਨ ਕਰਿਆ ਹੋਇਆ। ਬਿਲਕੁਲ ਕੰਟਰਾਸਟ ਹੈ ਪੰਜਵੇਂ ਪੈਰੇ ਦਾ ਛੇਵਾਂ ਪੈਰਾ। ਪੰਜਵੇਂ ਪੈਰੇ 'ਚ ਲੋਕਾਂ ਕੋਲੇ ਪੈਸਾ ਹੀ ਬਹੁਤ ਹੈ, ਐਕਸੈਸ ਮਨੀ ਹੈ, ਉਹ ਉਸ ਪੈਸੇ ਦੇ ਨਾਲ ਵਧੀਆ ਵਧੀਆ ਚੀਜ਼ਾਂ ਕਿਹਨੂੰ ਖਵਾ ਰਹੇ ਨੇ? ਆਪਣੇ ਪਾਲਤੂ ਜਾਨਵਰਾਂ ਨੂੰ। ਇੱਥੇ ਛੇਵੇਂ ਪੈਰੇ 'ਚ ਲੋਕਾਂ ਕੋਲੇ ਖਾਣ ਲਈ ਕੁਝ ਨਹੀਂ ਹੈਗਾ। ਮਾਲ ਨਿਊਟ੍ਰੀਸ਼ਨ, ਅੰਡਰ ਨਿਊਟ੍ਰੀਸ਼ਨ ਛਾਈ ਹੋਈ ਹੈ, ਹੰਗਰ ਪ੍ਰੀਵੇਲ ਹੋ ਰਹੀ ਹੈ, ਸਟਾਰਵੇਸ਼ਨ ਛਾਈ ਹੋਈ ਹੈ। ਦੇਖੋ ਬਿਲਕੁਲ ਅਲੱਗ-ਅਲੱਗ ਜਿਹੜੇ ਆ ਤੁਹਾਨੂੰ ਹਾਲਾਤਾਂ ਮਿਲਦੀਆਂ ਨੇ। ਸਟੂਡੈਂਟਸ ਅਸੀਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਆਲਰੇਡੀ ਬਹੁਤ ਸਾਰੇ ਚੈਪਟਰਸ ਕਵਰ ਕਰ ਲਏ ਨੇ। ਸਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ ਦੇ ਅਸੀਂ ਕਾਫੀ ਸਾਰੇ ਚੈਪਟਰ, ਜਿਵੇਂ ਕਿ ਸਾਡਾ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਦੂਸਰਾ ਚੈਪਟਰ ਅ ਮੋਸਟ ਫॉरगिविंग ਏਪ, ਥਰਡ ਚੈਪਟਰ ਅ ਯੰਗ ਟਰਕਿਸ਼ ਕੈਟਾਸਟ੍ਰਫੀ, फोर्थ चैप्टर अ टाइनी सेंचुरी, फिफ्थ चैप्टर मनोमाजरा, सिक्स्थ चैप्टर जमैकन फ्रैगमेंट, सेवंथ चैप्टर द हेरिटेज ऑफ इंडिया, एट्थ चैप्टर गोल्ड इन द नॉर्थ, नाइन्थ चैप्टर माई ग्रेटेस्ट ओलंपिक प्राइज़ असी ऑलरेडी कवर कर चुके हाँ। इसी तरह साडी सैकेंड बुक द लिटरेरी पैटल्स के बहुत सारे चैप्टर, जिमें कि पहला चैप्टर हिंद की चादर श्री गुरु तेग बहादुर जी, फोर्थ चैप्टर द गैम्बलिंग मैच, सैवंथ चैप्टर द इटरनल वाई ਅਤੇ 9th ਚੈਪਟਰ ਆਫਟਰ 20 ਇਅਰਸ ਕਵਰ ਕਰ ਚੁੱਕੇ ਹਾਂ। ਇਸੇ ਬੁੱਕ ਦੀਆਂ ਅਸੀਂ ਬਹੁਤ ਸਾਰੀਆਂ ਪੋਇਮ, ਜਿਵੇਂ ਕਿ ਪਹਿਲੀ ਪੋਇਮ ਹੈ ਸਾਡੀ ਬਾਰਡਰ ਗਾਰਡਸ, ਦੂਸਰੀ ਹੈ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਥਰਡ ਪੋਇਮ ਦ ਕੁਆਲਿਟੀ ਆਫ ਮਰਸੀ, ਫੋਰਥ ਪੋਇਮ ਦ ਫੈਂਸੀ ਡਰੈਸ ਸ਼ੋ, ਸਿਕਸਥ ਪੋਇਮ ਦ ਸੌਂਗ ਆਫ ਇੰਡੀਆ ਅਤੇ ਸੈਵਨਥ ਪੋਇਮ ਦ ਟਰੀ ਫੈਲ ਡਾਊਨ, ਇਹ ਅਸੀਂ ਕਵਰ ਕਰ ਚੁੱਕੇ ਹਾਂ। ਮੈਂ ਇਹਨਾਂ ਸਾਰੇ ਚੈਪਟਰਸ ਦੇ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਦੇ ਵੀਡੀਓ, ਇਹਨਾਂ ਦੇ ਕੁਐਸਚਨ ਆਨਸਰਸ ਦੇ ਵੀਡੀਓ ਅਤੇ ਇਹਨਾਂ ਦੇ ਨਾਲ ਰਿਲੇਟਿਡ ਐਕਸਰਸਾਈਜ਼ ਸੋਲੂਸ਼ਨ ਦੇ ਸਾਰੇ ਵੀਡੀਓ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਅਸੀਂ ਡੀਅਰ ਟੂ ਆਲ ਦਾ ਮਿਊਜ਼ਿਸ ਦਾ 10ਵਾਂ ਐਸੇ ਦ ਗ੍ਰੀਨ ਰੈਵੋਲੂਸ਼ਨ ਕੰਟੀਨਿਊ ਕੀਤਾ ਹੋਇਆ ਹੈ। ਤਾਂ ਜੇਕਰ ਬੱਚਿਓ ਤੁਸੀਂ ਇਹ ਸਾਰੇ ਚੈਪਟਰਸ ਦੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦਾ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਹਾਂਜੀ, ਸਾਡਾ 7th पैरा है जी कि फॉर द अंडर प्रिविलेज्ड बिलियंस इन द फॉरगॉटन वर्ल्ड हंगर हैज बीन अ कांस्टेंट कंपेनियन एंड स्टारवेशन हैज ऑल टू ऑफन लर्कड इन द नियर बाय शैडोज। ਤਾਂ ਇਸ ਤੋਂ ਪਹਿਲਾਂ ਵਾਲੇ ਪੈਰੇ ਦੇ ਵਿੱਚ ਆਪਾਂ ਜਿਹੜੇ ਸਾਡੇ ਡਿਵੈਲਪਿੰਗ ਕੰਟਰੀਜ਼ ਆ ਉਹਦੇ ਲੋਕਾਂ ਦਾ ਸਾਨੇ ਹਾਲ ਦੇਖਿਆ ਕਿ ਜਦੋਂ ਪ੍ਰੋਪਰ ਪੈਦਾਵਾਰ ਨਹੀਂ ਹੁੰਦੀ, ਐਗਰੀਕਲਚਰ ਦੀ ਖੇਤੀਬਾੜੀ 'ਚ ਪੈਦਾਵਾਰ ਨਹੀਂ ਹੁੰਦੀ, ਤਾਂ ਫਿਰ ਭੁੱਖਮਰੀ ਇੱਦਾਂ ਦੀਆਂ ਸਾਨੂੰ ਪ੍ਰੋਬਲਮਾਂ ਦੇਖਣ ਨੂੰ ਮਿਲਦੀਆਂ ਨੇ। ਇੱਥੇ ਉਸੇ ਚੀਜ਼ ਦਾ ਜ਼ਿਕਰ ਹੈ, ਕਹਿੰਦੇ ਜਿਹੜੇ ਇਸ ਫੋਰਗੋਟਨ ਵਰਲਡ, ਇੱਥੇ ਫੋਰਗੋਟਨ ਵਰਲਡ ਕਿਹਨੂੰ ਕਿਹਾ ਗਿਆ? ਫੋਰਗੈਟ, ਫੋਰਗੋਟ, ਫੋਰਗੋਟਨ ਨੇ ਵਰਬ ਦੀਆਂ ਫਾਰਮਸ ਹੁੰਦੀਆਂ ਨੇ, ਜਿਹੜੀ ਚੀਜ਼ ਭੁਲਾ ਦੀ ਜਾਂਦੀ ਹੈ ਵੀ ਅਜਿਹਾ ਸੰਸਾਰ ਜਿਹਨੂੰ ਭੁਲਾਤਾ। ਹੁਣ ਇੱਥੇ ਫੋਰਗੋਟਨ ਵਰਲਡ ਕਿਹਨੂੰ ਕਿਹਾ ਗਿਆ ਜੀ? ਇਹਨਾਂ ਡਿਵੈਲਪਿੰਗ ਕੰਟਰੀਜ਼ ਨੂੰ ਹੀ ਕਿਹਾ ਗਿਆ। ਇਹ ਸਾਡੇ ਡਿਵੈਲਪਿੰਗ ਕੰਟਰੀਜ਼ ਨੇ, ਜੋ ਵਿਕਾਸਸ਼ੀਲ ਦੇਸ਼ ਨੇ, ਜਿਹੜੀਆਂ ਸਾਡੀਆਂ ਡਿਵੈਲਪਿੰਗ ਕੰਟਰੀਜ਼ ਆ ਉਹਨਾਂ ਨੂੰ ਫੋਰਗੋਟਨ ਵਰਲਡ ਕਿਹਾ ਗਿਆ। ਕਹਿੰਦੇ ਇਹ ਵਾਲੇ ਦੇਸ਼ਾਂ ਦੇ ਵਿੱਚ ਜਿਹੜੇ ਅੰਡਰ ਪ੍ਰਿਵਿਲੇਜਡ ਬਿਲੀਅਨਸ ਨੇ, ਨੋ ਬਿਲੀਅਨਸ ਦਾ ਮਤਲਬ ਕੀ ਹੁੰਦਾ ਬੇਟਾ? ਬਿਲੀਅਨਸ 1 ਅਰਬ ਨੂੰ ਕਿਹਾ ਜਾਂਦਾ ਹੈ, ਜਾਂ ਜਿਸ ਨੂੰ ਆਪਾਂ 1000 ਮਿਲੀਅਨ ਵੀ ਕਹਿੰਦੇ ਆ। 100 ਕਰੋੜ, 100 ਕਰੋੜ 1 ਬਿਲੀਅਨ ਦੇ ਬਰਾਬਰ ਹੁੰਦਾ ਹੈ। 100 ਕਰੋੜਸ ਜੇ ਆਪਾਂ ਕਹੀਏ ਤਾਂ ਉਸ ਨੂੰ ਆਪਾਂ 1 ਬਿਲੀਅਨ ਕਹਿੰਦੇ। ਤਾਂ ਜਿਹੜੇ ਬਿਲੀਅਨ ਲੋਕ ਨੇ
ਕਰੋੜਾਂ ਹੀ ਅੰਡਰ ਪ੍ਰਿਵਿਲੇਜਡ ਲੋਕ ਨੇ। ਅੰਡਰ ਪ੍ਰਿਵਿਲੇਜਡ ਉਹੀ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕਦੇ ਕੁਛ ਕੁਦਰਤ ਵੱਲੋਂ ਕੋਈ ਚੀਜ਼ ਮਿਲੀ ਹੋ ਨਹੀਂ। ਪ੍ਰਿਵਿਲੇਜ ਸ਼ਬਦ ਪਹਿਲਾਂ ਵੀ ਆਇਆ ਨਾ, ਅੰਡਰ ਪ੍ਰਿਵਿਲੇਜ ਜਿਨ੍ਹਾਂ ਨੂੰ ਮਿਲੀਆਂ ਹੀ ਨਹੀਂ ਕੋਈ ਚੀਜ਼ਾਂ ਕੁਦਰਤ ਵੱਲੋਂ, ਉਹਨਾਂ ਦਾ ਹੀ ਇੱਕ ਸਾਥੀ ਪੱਕਾ ਹੈ, ਕੰਪੇਨੀਅਨ। ਕੰਪੇਨੀਅਨ ਦਾ ਮਤਲਬ ਹੁੰਦਾ ਸਾਥੀ, ਕਿ ਉਹਨਾਂ ਦਾ ਇੱਕ ਸਾਥੀ ਪੱਕਾ ਹੈ। ਉਹ ਕਿਹੜਾ ਹੈ ਜੀ? ਹੰਗਰ, ਭੁੱਖ। ਕਿ ਉਹਨਾਂ ਲੋਕਾਂ ਦਾ ਇੱਕ ਪੱਕਾ ਸਾਥੀ ਹੈ ਭੁੱਖ। ਉਹਨਾਂ ਦੀ ਕਦੇ ਅਜਿਹੀ ਹਾਲਤ ਨਹੀਂ ਹੁੰਦੀ ਕਿ ਉਹਨਾਂ ਨੂੰ ਕਦੇ ਪੂਰੀ ਰੋਟੀ ਮਿਲੀ ਹੋਵੇ, ਤਾਂ ਉਹਨਾਂ ਦਾ ਹੰਗਰ ਪੂਰਾ ਕੰਪੇਨੀਅਨ, ਕੌਨਸਟੈਂਟ। ਕੌਨਸਟੈਂਟ ਦਾ ਮਤਲਬ ਹਮੇਸ਼ਾ ਰਹਿਣ ਵਾਲਾ, ਫੋਰਐਵਰ। ਕਹਿੰਦੇ ਹੰਗਰ ਉਹਨਾਂ ਦਾ ਕੌਨਸਟੈਂਟ ਕੰਪੇਨੀਅਨ ਹੈ, ਤੇ ਜਿਹੜੀ ਸਟਾਰਵੇਸ਼ਨ ਹੈ ਉਹ ਵੀ ਤਿਆਰ ਹੀ ਹੁੰਦੀ ਹੈ ਉਹਨਾਂ ਦਾ ਸਾਥੀ ਬਣਨ ਲਈ। ਦੇਖੋ ਫਰਕ ਹੈ ਬੇਟਾ ਹੰਗਰ ਤੇ ਸਟਾਰਵੇਸ਼ਨ 'ਚ। ਹੰਗਰ ਦਾ ਮਤਲਬ ਹੁੰਦਾ ਹੈ ਭੁੱਖ। ਆਪਾਂ ਨੂੰ ਸਾਰਿਆਂ ਨੂੰ ਭੁੱਖ ਲੱਗਦੀ ਹੈ, ਆਪਾਂ ਸਾਰੇ ਹੰਗਰੀ ਹੁੰਦੇ ਆ, ਇਹ 'ਚ ਕੋਈ ਵੱਡੀ ਗੱਲ ਨਹੀਂ। ਆਪਾਂ ਖਾਣਾ ਨਾ ਖਾਈਏ ਤਾਂ ਆਪਾਂ ਨੂੰ ਭੁੱਖ ਲੱਗਦੀ ਹੈ, ਤਾਂ ਉੱਥੇ ਹੰਗਰ ਆਪਾਂ ਕਹਿ ਸਕਦੇ ਹਾਂ। ਲੇਕਿਨ ਹੰਗਰ ਤੇ ਸਟਾਰ ਵਿੱਚ ਫਰਕ ਹੈ। ਹੰਗਰ ਦਾ ਮਤਲਬ ਭੁੱਖ ਲੱਗਣਾ, ਸਟਾਰ ਦਾ ਮਤਲਬ ਭੁੱਖੇ ਮਰਨਾ। ਕਹਿੰਦੇ ਹੰਗਰ ਉਹਨਾਂ ਦਾ ਕੌਨਸਟੈਂਟ ਕੰਪੇਨੀਅਨ ਹੈ, ਤੇ ਇੱਕ ਹੋਰ ਕੀ ਚੀਜ਼ ਉਹਨਾਂ ਦੇ ਨਾਲ ਆਉਣ ਨੂੰ ਫਿਰਦੀ ਹੈ? ਸਟਾਰਵੇਸ਼ਨ। ਲਰਕ ਇਨ ਦਾ ਨੀਅਰ ਬਾय ਸ਼ੈਡੋਜ਼, ਕਿ ਨੇੜੇ ਤੇੜੇ ਫਿਰਦੀ ਹੁੰਦੀ ਉਹਨਾਂ ਦੇ, ਛੁਪੀ ਫਿਰਦੀ ਹੁੰਦੀ ਹੈ। ਸ਼ੈਡੋ ਦਾ ਮਤਲਬ ਛਾਵਾਂ ਹੁੰਦਾ ਵੈਸੇ, ਪਰ ਜੇ ਕੋਈ ਚੀਜ਼ ਛੁਪ ਜਾਵੇ, ਜਿਵੇਂ ਪਰਛਾਵਾਂ ਛੁਪ ਜਾਂਦਾ ਹੈ ਨਾ, ਤਾਂ ਉਹ ਨੇੜੇ ਤੇੜੇ ਛੁਪੀ ਰਹਿੰਦੀ ਹੈ, ਕਦੇ ਵੀ ਆ ਜਾਂਦੀ ਹੈ ਉਹਨਾਂ ਦੇ ਸਾਹਮਣੇ। ਸਟਾਰਵੇਸ਼ਨ ਦੇਖੋ ਕਿੰਨੀਆਂ ਸੋਹਣੀਆਂ ਲਾਈਨਸ ਰਾਈਟਰ ਨੇ ਲਿਖੀਆਂ ਨੇ। To millions of these unfortunates who have long lived in despair, the Green Revolution seems like a miracle that has generated new hope for the future. ਕਹਿੰਦੇ ਇਹਨਾਂ ਮਿਲੀਅਨਸ ਲੋਕਾਂ ਨੂੰ, ਦੇਖੋ ਪਹਿਲਾਂ ਬਿਲੀਅਨ ਯੂਜ਼ ਹੋਇਆ ਸੀ, ਹੁਣ ਮਿਲੀਅਨਸ ਹੋਇਆ ਹੈ ਨਾ। ਮਿਲੀਅਨ 10 ਲੱਖ ਨੂੰ ਕਿਹਾ ਜਾਂਦਾ ਹੈ। 10 lakhs, 10 lakh is equal to 1 million। ਕਹਿੰਦੇ ਇਹ ਬਦਕਿਸਮਤ, ਅਨਫੋਰਚੂਨੇਟ, ਅਨਫੋਰਚੂਨੇਟ ਕਿਹਨੂੰ ਕਹਿੰਦੇ? ਬਦਕਿਸਮਤ। ਫੋਰਚੂਨੇਟ ਤੋਂ ਬਣਦਾ ਹੈ ਐਂਟੋਨਿਮ। ਕਹਿੰਦੇ ਇਹ ਜਿਹੜੇ ਮਿਲੀਅਨ ਲੋਕ, ਲੱਖਾਂ ਹੀ ਲੋਕ ਬਦਕਿਸਮਤ ਨੇ, ਜਿਹੜੇ ਕਿ ਵਿਚਾਰੇ ਨਿਰਾਸ਼ਾ ਦੇ ਘੇਰੇ 'ਚ ਜੀ ਰਹੇ ਨੇ। ਡੈਸਪੇਅਰ, ਨਿਰਾਸ਼ਾ, ਪਹਿਲਾਂ ਵੀ ਸ਼ਬਦ ਕਾਫੀ ਵਾਰੀ ਆਇਆ। ਕਹਿੰਦੇ ਉਹਨਾਂ ਦੇ ਲਈ ਜਿਹੜੀ ਗ੍ਰੀਨ ਰੈਵੋਲੂਸ਼ਨ ਹੈ, ਹਰੀ ਕ੍ਰਾਂਤੀ ਹੈ, ਉਹ ਇੱਕ ਮਿਰੈਕਲ ਦੀ ਤਰ੍ਹਾਂ ਹੀ ਹੈ। ਮਿਰੈਕਲ ਸ਼ਬਦ ਤੁਹਾਡੇ +1 'ਚ ਵੀ ਆਇਆ ਸੀ, ਕ੍ਰਿਸ਼ਮੇ ਦੀ ਤਰ੍ਹਾਂ ਹੀ ਹੈ। ਮਿਰੈਕਲ ਦਾ ਮਤਲਬ ਕ੍ਰਿਸ਼ਮਾ। ਕਿਵੇਂ ਆਈ ਹੈ? ਕਿਉਂਕਿ ਇਸ ਗ੍ਰੀਨ ਰੈਵੋਲੂਸ਼ਨ ਨੇ ਉਹਨਾਂ ਦੇ ਅੰਦਰ ਫਿਊਚਰ ਦੇ ਪ੍ਰਤੀ, ਭਵਿੱਖ ਦੇ ਪ੍ਰਤੀ ਇੱਕ ਨਵੀਂ ਹੋਪ ਉਹਨਾਂ ਦੇ ਅੰਦਰ ਪੈਦਾ ਕੀਤੀ ਹੈ, ਜਨਰੇਟ। ਤਾਂ ਗ੍ਰੀਨ ਰੈਵੋਲੂਸ਼ਨ ਦੀ ਇੱਥੇ ਇੱਕ ਖਾਸੀਅਤ ਦੱਸੀ ਗਈ ਹੈ। ਜੇ ਤੁਹਾਨੂੰ ਕੋਈ ਕੁਐਸਚਨ ਆ ਜਾਂਦਾ ਹੈ, ਮੰਨ ਲਓ ਕਿ ਗ੍ਰੀਨ ਰੈਵੋਲੂਸ਼ਨ ਦੇ ਨਾਲ ਕੀ ਫਰਕ ਪਿਆ ਵੀ, ਕੀ ਚੀਜ਼ ਹੋਈ ਹੈ ਗ੍ਰੀਨ ਰੈਵੋਲੂਸ਼ਨ ਨਾਲ, ਤੁਸੀਂ ਇਹ ਆਨਸਰ ਲਿਖ ਸਕਦੇ ਹੋ ਕਿ ਜਿਹੜੀ ਗ੍ਰੀਨ ਰੈਵੋਲੂਸ਼ਨ ਹੈ, ਉਹਨਾਂ ਨੇ ਜਿਹੜੇ ਉਸਨੇ ਪੂਅਰ ਲੋਕਾਂ ਦੇ ਵਿੱਚ ਇੱਕ ਨਵੀਂ ਹੋਪ ਦਾ ਸੰਚਾਰ ਕੀਤਾ ਹੈ ਵੀ ਚੱਲ ਹੁਣ ਅਸੀਂ ਭੁੱਖੇ ਨਹੀਂ ਮਰਾਂਗੇ। ਕਿਉਂਕਿ ਇੰਨਾ ਜ਼ਿਆਦਾ ਵੀਟ, ਰਾਈਸ ਦੇ ਵਿੱਚ ਉਤਪਾਦਨ 'ਚ ਵਾਧਾ ਹੋਇਆ ਜਿਹੜਾ ਪਹਿਲਾਂ ਨਹੀਂ ਸੀ, ਤਾਂ ਉਸ ਕਰਕੇ ਉਹਨੂੰ ਐਂ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਹੁਣ ਭੁੱਖੇ ਮਰਨ ਵਾਲਾ ਖਤਮ ਹੋ ਗਿਆ। ਤਾਂ ਗ੍ਰੀਨ ਰੈਵੋਲੂਸ਼ਨ ਉਹਨਾਂ ਨੂੰ ਇੱਕ ਰੇ ਆਫ ਹੋਪ ਦਿੰਦੀ ਹੈ, ਇੱਕ ਮਤਲਬ ਹੋਪ ਦੀ ਕਿਰਨ ਬਣ ਕੇ ਆਈ ਹੈ ਉਹਨਾਂ ਦੇ ਲਈ। ਦਿਸ ਇਜ਼ ਯੂਅਰ 7th ਪੈਰਾਗ੍ਰਾਫ। 8th paragraph, the significance and magnitude of the impact of the so-called Green Revolution are best illustrated by the changes in cereal production in India, Pakistan and the Philippines. ਜਿਹੜੀ ਅਸੀਂ ਗ੍ਰੀਨ ਰੈਵੋਲੂਸ਼ਨ ਕਹਿੰਦੇ, ਦੇਖੋ ਉਹਨਾਂ ਨੇ ਗ੍ਰੀਨ ਰੈਵੋਲੂਸ਼ਨ ਦੇ ਅੱਗੇ ਸੋ ਕਾਲਡ ਪਾਇਆ। ਸੋ ਕਾਲਡ ਦਾ ਮਤਲਬ ਜਦ ਆਪਾਂ ਕਹਿ ਦਿੰਦੇ ਨਾ ਵੀ ਕਹਿਣ ਨੂੰ, ਪੰਜਾਬੀ 'ਚ ਕਹਿ ਨਹੀਂ ਦਿੰਦੇ, ਕਹਿਣ ਨੂੰ ਕਹਿ ਦੋ ਵੀ ਕਹਿਣ ਨੂੰ ਬੜਾ ਵਧੀਆ ਉਹ, ਪਰ ਅੱਲੇ ਪੱਲੇ ਕੁਛ ਨਹੀਂ ਉਹਦੇ, ਕਹਿ ਨਹੀਂ ਦਿੰਦੇ। ਉਹਦੀ ਇੰਗਲਿਸ਼ ਕੀ ਹੈ? ਸੋ ਕਾਲਡ। ਹੁਣ ਇੱਥੇ ਉਹ ਕਹਿੰਦੇ ਵੀ ਕਹਿਣ ਨੂੰ ਤਾਂ ਆਪਾਂ ਕਹਿਤੀ ਗ੍ਰੀਨ ਰੈਵੋਲੂਸ਼ਨ ਆ ਗਈ। ਇਹਦੇ ਬਾਰੇ ਤਾਂ ਬੇਟਾ ਆਪਾਂ ਸ਼ੁਰੂ 'ਚ ਡਿਸਕਸ ਕਰ ਚੁੱਕੇ, ਪਹਿਲੇ ਪੈਰੇ 'ਚ ਹੀ ਆਇਆ ਸੀ ਕਿ ਕੀ ਗ੍ਰੀਨ ਰੈਵੋਲੂਸ਼ਨ ਵਾਕਈ ਕਹਿ ਸਕਦੇ ਹਾਂ ਆਪਾਂ ਵੀ ਆ ਗਈ? ਨਹੀਂ ਆਈ। 2-3 ਫਸਲਾਂ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਆ ਗਈ, ਉਹਦੀ ਪੈਦਾਵਾਰ ਵੱਧ ਗਈ। ਵਾਟ ਅਬਾਊਟ ਦੀ ਅਦਰ ਕ੍ਰੌਪਸ ਜਿਹੜੇ ਆਪਾਂ ਪੜ੍ਹੀਆਂ ਸੀਗੀਆਂ, ਸੌਰਗਮ, ਬਾਰਲੇ, ਉਹਨਾਂ ਦੇ ਬਾਰੇ ਕੀ ਉੱਥੇ ਕੁਛ ਨਹੀਂ ਆਇਆ। ਇਹ ਕਹਿਣ ਨੂੰ ਜਿਹੜੀ ਗ੍ਰੀਨ ਰੈਵੋਲੂਸ਼ਨ ਹੈ, ਇਹਦਾ ਜੇ ਅਸੀਂ ਅਸਰ ਦੇਖੀਏ ਤਾਂ ਅਸਰ ਦੀ ਸਿਗਨੀਫੀਕੈਂਸ, ਇੰਪੈਕਟ ਦਾ ਮਤਲਬ ਹੁੰਦਾ ਬੇਟਾ ਅਸਰ, ਇਫੈਕਟ। ਸਿਗਨੀਫੀਕੈਂਸ ਦਾ ਮਤਲਬ ਇੰਪੋਰਟੈਂਸ ਜਾਂ ਇਹਨੂੰ ਆਪਾਂ ਮਹੱਤਤਾ ਕਹਿੰਦੇ ਹਾਂ, ਤੇ ਮੈਗਨੀਟਿਊਡ ਦਾ ਮਤਲਬ ਹੁੰਦਾ ਬੇਟਾ ਵਿਸ਼ਾਲਤਾ। ਪੰਜਾਬੀ 'ਚ ਆਪਾਂ ਕਹਿੰਦੇ ਹਾਂ ਕਿ ਜੇਕਰ ਅਸੀਂ ਇਹ ਸੋ ਕਾਲਡ ਗ੍ਰੀਨ ਰੈਵੋਲੂਸ਼ਨ ਦਾ ਜਿਹੜਾ ਅਸਰ ਦੇਖੀਏ, ਉਹਦੀ ਮਹੱਤਤਾ ਦੇਖੀਏ, ਉਹਦੀ ਵਿਸ਼ਾਲਤਾ ਦੇਖੀਏ,
ਉਹ ਸਾਨੂੰ ਕਿੱਥੋਂ ਪਤਾ ਚੱਲਦੀ ਹੈ? 3 ਦੇਸ਼ਾਂ ਤੋਂ। ਕਿਹੜੇ ਨੇ ਜੀ? ਇੰਡੀਆ, ਪਾਕਿਸਤਾਨ, ਫਿਲੀਪਾਈਨਸ। ਇਹ ਤਿੰਨੇ ਦੇਸ਼ ਏਸ਼ੀਆ ਦੇ ਨੇ। ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚ ਜਿਹੜੀ ਅਨਾਜ ਦੇ ਵਿੱਚ ਪੈਦਾਵਾਰ ਹੋਈ ਹੈ, ਸੀਰੀਅਲ ਪ੍ਰੋਡਕਸ਼ਨ ਹੋਈ ਹੈ, ਉਹਦੇ ਵਿੱਚ ਜਿਹੜੀ ਚੇਂਜ ਆਈ ਹੈ ਉੱਥੋਂ ਸਾਨੂੰ ਜ਼ਾਹਿਰ ਹੁੰਦਾ ਹੈ, ਇਲਿਸਟ੍ਰੇਟਿਡ। ਕਿਉਂਕਿ ਪਹਿਲਾਂ ਉਹਨਾਂ ਅਨਾਜ ਪੈਦਾ ਨਹੀਂ ਸੀ ਹੋ ਰਿਹਾ ਇਹਨਾਂ 3 ਦੇਸ਼ਾਂ 'ਚ, ਲੇਕਿਨ ਗ੍ਰੀਨ ਰੈਵੋਲੂਸ਼ਨ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਕਹਿਣ ਨੂੰ ਗ੍ਰੀਨ ਰੈਵੋਲੂਸ਼ਨ, ਤਾਂ ਉੱਥੋਂ ਸਾਨੂੰ ਇਹਨਾਂ 3 ਦੇਸ਼ਾਂ ਦੇ ਵਿੱਚ ਪਤਾ ਲੱਗਦਾ ਹੈ ਕਿ ਇੱਥੇ ਜਿਹੜਾ ਸੀਰੀਅਲ ਪ੍ਰੋਡਕਸ਼ਨ ਸੀਗੀ, ਅਨਾਜ ਸੀਗੀ, ਉਹਦੇ ਵਿੱਚ ਕਾਫੀ ਪੈਦਾਵਾਰ ਵਧੀ ਹੈ। ਹੁਣ ਅਗਲੀਆਂ ਲਾਈਨਾਂ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਕਿਹੜੀਆਂ ਕ੍ਰੌਪਸ ਦੀ ਪੈਦਾਵਾਰ ਵਧੀ ਹੈ। ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਗ੍ਰੀਨ ਰੈਵੋਲੂਸ਼ਨ ਆਈ ਕਿਹੜੀਆਂ ਕ੍ਰੌਪਸ 'ਚ ਹੈ। ਕਿਹੜੀ ਚਾਹੀਏ ਹੈ? ਵੀਟ, ਰਾਈਸ, ਮੇਜ਼। ਬਸ ਇਹ 3 ਫਸਲਾਂ ਦੇ ਵਿੱਚ ਹਰੀ ਕ੍ਰਾਂਤੀ ਆਈ ਹੈ, ਬਾਕੀ ਕਿਸੇ 'ਚ ਕੁਝ ਨਹੀਂ ਹੋਇਆ। ਨਾ ਦਾਲਾਂ, ਨਾ ਕੋਈ ਜਵਾਰ, ਨਾ ਬਾਜਰਾ, ਕੁਛ ਨਹੀਂ, ਨਾ ਕੋਈ ਫਲੀਦਾਰ ਪੌਦੇ। ਆਪਾਂ ਪਹਿਲਾਂ ਪੜ੍ਹ ਚੁੱਕੇ। In both India and Pakistan, the rapid increase in yields per hectare of wheat has been the major thrust of the green revolution. ਹੁਣ ਦੇਖੋ, ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਝਾੜ ਵਧੀ ਹੈ ਪਰ ਹੈਕਟੇਅਰ, ਯੀਲਡ ਪਰ ਹੈਕਟੇਅਰ ਆਪਾਂ ਪਹਿਲਾਂ ਚੰਗੀ ਤਰ੍ਹਾਂ ਡਿਸਕਸ ਕਰ ਚੁੱਕੇ ਕਿ ਹਰ ਹੈਕਟੇਅਰ ਦੇ ਵਿੱਚ ਜਿਹੜੀ ਝਾੜ ਹੈ ਉਹਦੇ ਵਿੱਚ ਜਿਹੜਾ ਰੈਪਿਡ ਇਨਕਰੀਜ਼, ਬਹੁਤ ਤੇਜ਼ੀ ਨਾਲ ਇਨਕਰੀਜ਼ ਹੋਈ ਹੈ, ਉਹਦਾ ਜ਼ਿਆਦਾ ਜ਼ੋਰ ਕਿੱਥੇ ਪਿਆ? ਮੇਜਰ ਥਰਸਟ ਦਾ ਮਤਲਬ ਜ਼ੋਰ ਕਿੱਥੇ ਪਿਆ ਜੀ? ਸਿਰਫ ਵੀਟ 'ਚ ਪਿਆ। ਇੰਡੀਆ ਤੇ ਪਾਕਿਸਤਾਨ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਕਿਹੜੀ ਫਸਲ ਚਾਹੀਏ? ਵੀਟ 'ਚ। ਇਹ ਕੁਐਸਚਨ ਬਣਦਾ ਹੈ ਜੀ, ਮਲਟੀਪਲ ਚੋਇਸ ਕੁਐਸਚਨ। Increase in rice yield also have played a major role in West Pakistan, but hitherto only a minor role in India. ਹੁਣ ਹੋ ਗਈ ਜੀ ਚੌਲ ਦੀ ਗੱਲ, ਪਹਿਲਾਂ ਵੀਟ ਦੀ ਗੱਲ ਹੋਈ ਹੈ, ਹੁਣ ਚਾਵਲ ਦੀ ਗੱਲ ਹੋ ਰਹੀ ਹੈ। ਕਹਿੰਦੇ ਰਾਈਸ ਦੇ ਵਿੱਚ ਜਿਹੜੀ ਗ੍ਰੀਨ ਰੈਵੋਲੂਸ਼ਨ ਹੈ ਉਹ ਕਿੱਥੇ ਆਈ ਹੈ? ਸਿਰਫ ਵੈਸਟ ਪਾਕਿਸਤਾਨ 'ਚ ਆਈ ਹੈ। ਪਾਕਿਸਤਾਨ ਦੇ ਸਾਰੇ ਇਲਾਕੇ 'ਚ ਨਹੀਂ ਆਈ। ਕਿਹੜੇ ਇਲਾਕੇ 'ਚ ਆਈ ਹੈ? ਵੈਸਟ, ਪੱਛਮ ਵਾਲੇ ਪਾਸੇ 'ਚ ਆਈ ਹੈ। ਅਤੇ ਇੰਡੀਆ ਦੇ ਵਿੱਚ ਬਹੁਤ ਹੀ ਮਾਈਨਰ ਰੋਲ ਹੈ, ਮਤਲਬ ਕਿ ਇੰਡੀਆ ਦੇ ਵਿੱਚ ਚੌਲਾਂ ਦੀ ਇੰਨੀ ਜ਼ਿਆਦਾ ਪੈਦਾਵਾਰ 'ਚ ਵਾਧਾ ਨਹੀਂ ਹੋਇਆ। ਦੇਖੋ, ਮੇਜਰ ਮਾਈਨਰ 2 ਸ਼ਬਦ ਲੱਗੇ ਹੋਏ हैं, ਮੇਜਰ ਐਂਡ ਮਾਈਨਰ। ਮੇਜਰ ਦਾ ਮਤਲਬ ਜ਼ਿਆਦਾ, ਮਾਈਨਰ ਦਾ ਮਤਲਬ ਉਲਟ ਉਹਦਾ, ਘੱਟ। ਮੇਜਰ ਮਾਈਨਰ ਐਂਟਨੀਮਸ ਹੁੰਦੇ ਆ। ਮੇਜਰ ਮੁੱਖ, ਮਾਈਨਰ ਜਿਹੜੀ ਮੁੱਖ ਨਾ ਹੋਵੇ। ਤਾਂ ਇੰਡੀਆ ਦੇ ਵਿੱਚ ਚੌਲਾਂ ਦੀ ਕੋਈ ਪੈਦਾਵਾਰ 'ਚ ਵਾਧਾ ਨਹੀਂ ਹੋਇਆ। ਇੱਥੇ ਇੱਕ ਸ਼ਬਦ ਆਇਆ ਹਿਦਰਟੂ ਦਾ ਮਤਲਬ ਹੁੰਦਾ ਹੈ ਹੁਣ ਤੱਕ, ਕਿ ਹੁਣ ਤੱਕ ਤਾਂ ਨਹੀਂ ਹੋਇਆ, ਅੱਗੇ ਆਪਾਂ ਕਹਿ ਨਹੀਂ ਸਕਦੇ। ਮਤਲਬ ਜਦੋਂ ਇਹ ਚੈਪਟਰ ਲਿਖਿਆ ਗਿਆ ਸੀ ਉਸ ਸਮੇਂ ਤੱਕ ਇੰਡੀਆ ਦੇ ਵਿੱਚ ਚਾਵਲ ਦੀ ਪੈਦਾਵਾਰ 'ਚ ਵਾਧਾ ਇੰਨਾ ਨਹੀਂ ਹੋਇਆ ਸੀ। ਹਾਂ, ਕਿੱਥੇ ਹੋਇਆ ਸੀ? ਵੈਸਟ ਪਾਕਿਸਤਾਨ। ਇਹ ਧਿਆਨ ਰੱਖਣਾ, ਵੈਸਟ ਪਾਕਿਸਤਾਨ। ਹੁਣ ਰਹਿ ਗਈ ਮੱਕੀ, ਉਹ ਵੀ ਦੇਖ ਲੈਂਦੇ ਹਾਂ। ਇਨਕਰੀਜ਼ ਇਨ ਮੇਜ਼ ਪ੍ਰੋਡਕਸ਼ਨ have played a modest but significant role in expanded cereal production in both India and Pakistan. Maize production ਦੇ ਵਿੱਚ, ਮੱਕੀ ਦੀ ਪੈਦਾਵਾਰ ਦੇ ਵਿੱਚ ਇੱਕ ਮੋਡੈਸਟ ਦਾ ਮਤਲਬ small, ਪਹਿਲਾਂ ਵੀ ਸ਼ਬਦ ਆਇਆ ਸੀ ਇਹ ਮੋਡੈਸਟ, ਇੱਕ small ਜਿਹਾ ਪਾਰਟ ਪਲੇ ਕੀਤਾ ਹੈ। have played a modest ਕੀਤਾ ਹੈ, small part play ਕੀਤਾ ਹੈ, but significant ਕਰਿਆ ਹੈ, मतलब कि इंपॉर्टेंट करे। सिग्निफिकेंट का मतलब इंपॉर्टेंट। छोटा जा रोल जरूर होया मेज प्रोडक्शन च, थोड़ा जा वाधा जरूर होया, पर इंपॉर्टेंट होया। कित्थे होया जी? बोथ इंडिया एंड पाकिस्तान च। यह भी क्वेश्चन बनता है कि इंडिया एंड पाकिस्तान दे विच मेज ने किन्ना क रोल प्ले किया है? स्मॉल रोल प्ले किया है, मेजर रोल नहीं किया, माइनर ही इत्थे भी, परंतु इंपॉर्टेंट किया है। An increase in rice yields and productions have been largely responsible for the change in cereal production up to now in the Philippines, Ceylon and Indonesia. 3 ਹੋਰ ਏਸ਼ੀਆ ਦੇ ਦੇਸ਼ਾਂ ਦਾ ਨਾਮ ਆਇਆ ਜੀ, ਫਿਲੀਪੀਨਸ, ਸੇਲੋਨ, ਇੰਡੋਨੇਸ਼ੀਆ। ਸੇਲੋਨ ਜਿਹੜੀ ਕੰਟਰੀ ਹੈ ਬੇਟਾ, ਇਹਨੂੰ ਅੱਜ ਕੱਲ੍ਹ ਆਪਾਂ ਸ਼੍ਰੀਲੰਕਾ ਕਹਿੰਦੇ ਹਾਂ। ਇਸ ਦਾ ਨਾਮ ਚੇਂਜ ਹੋ ਗਿਆ, ਸਾਡੀ ਗੁਆਂਢੀ ਦੇਸ਼ ਹੀ ਹੈ ਜੀ, ਇਸ ਨੂੰ ਆਪਾਂ ਸ਼੍ਰੀਲੰਕਾ ਕਹਿੰਦੇ ਹਾਂ। ਤਾਂ 3 ਦੇਸ਼ਾਂ ਦੇ ਵਿੱਚ, ਫਿਲੀਪਾਈਨ, ਸੇਲੋਨ ਤੇ ਇੰਡੋਨੇਸ਼ੀਆ ਦੇ ਵਿੱਚ ਕਿਹਦੇ 'ਚ ਵਾਧਾ ਹੋਇਆ ਜੀ? ਰਾਈਸ ਦੇ ਵਿੱਚ ਵਾਧਾ ਹੋਇਆ। ਉੱਥੇ ਕਹਿ ਸਕਦੇ ਹਾਂ ਕਿ ਰਾਈਸ ਦੀ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋਣ ਦੇ ਨਾਲ ਉੱਥੇ ਗ੍ਰੀਨ ਰੈਵੋਲੂਸ਼ਨ ਆਈ ਹੈ।
ਤਾਂ ਇਸ ਪੈਰੇ ਦੇ ਵਿੱਚ 8ਵੇਂ ਪੈਰੇ ਦੇ ਵਿੱਚ ਬੜੇ ਵਧੀਆ ਮਲਟੀਪਲ ਚੋਇਸ ਕੁਐਸਚਨ ਬਣਦੇ ਆ ਕਿ ਇੰਡੀਆ ਤੇ ਪਾਕਿਸਤਾਨ 'ਚ ਬੇਸਿਕਲੀ ਗ੍ਰੀਨ ਰੈਵੋਲੂਸ਼ਨ ਕਿਹੜੀ ਕ੍ਰੌਪ 'ਚ ਆਈ ਹੈ? ਵੀਟ 'ਚ। ਚਾਵਲ ਦਾ ਵਾਧਾ ਕਿੱਥੇ ਹੋਇਆ ਹੈ? ਵੈਸਟ ਪਾਕਿਸਤਾਨ 'ਚ, ਸੇਲੋਨ 'ਚ, ਫਿਲੀਪਾਈਨਸ 'ਚ ਤੇ ਇੰਡੋਨੇਸ਼ੀਆ 'ਚ। ਮੇਜ਼ 'ਚ ਪ੍ਰੋਡਕਸ਼ਨ 'ਚ ਵਾਧਾ ਕਿੱਥੇ ਹੋਇਆ ਜੀ? ਇੰਡੀਆ ਤੇ ਪਾਕਿਸਤਾਨ 'ਚ ਜ਼ਿਆਦਾ ਨਹੀਂ ਹੋਇਆ, ਥੋੜਾ ਜਿਹਾ ਹੋਇਆ ਪਰ ਸਿਗਨੀਫੀਕੈਂਟ ਹੋਇਆ। 9th ਪੈਰਾ, the green revolution in India and Pakistan, which is still largely the result of a breakthrough in wheat production, is neither a stroke of luck nor an accident of nature. ਹੁਣ ਸਾਨੂੰ 8ਵੇਂ ਪੈਰੇ 'ਚ ਪਤਾ ਲੱਗ ਗਿਆ ਕਿ ਇੰਡੀਆ ਪਾਕਿਸਤਾਨ ਦੇ ਵਿੱਚ ਬੇਸਿਕਲੀ ਗ੍ਰੀਨ ਰੈਵੋਲੂਸ਼ਨ ਆਈ ਕਿਹਦੇ ਕਰਕੇ ਹੈ ਜੀ? ਵੀਟ ਕਰਕੇ। ਵੈਸਟ ਪਾਕਿਸਤਾਨ 'ਚ ਚਾਵਲ ਜ਼ਰੂਰ ਖੇਤੀ ਵਧੀ ਹੈ, ਲੇਕਿਨ ਜ਼ਿਆਦਾ ਮੇਜਰ ਪੋਰਸ਼ਨ ਕਿਹਦਾ ਹੈ ਜੀ? ਵੀਟ ਦਾ। ਹੁਣ ਕਹਿੰਦੇ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਗ੍ਰੀਨ ਰੈਵੋਲੂਸ਼ਨ ਵੀਟ ਕਰਕੇ ਆਈ ਹੈ, ਇਹ ਵੀਟ ਪ੍ਰੋਡਕਸ਼ਨ ਦੇ ਕਰਕੇ ਆਈ ਹੈ। ਬ੍ਰੇਕ ਥਰੂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇਹਦਾ ਮਤਲਬ ਬ੍ਰੇਕ ਥਰੂ ਦਾ ਇੰਪੋਰਟੈਂਟ ਡਿਸਕਵਰੀ ਹੈ ਨਾ। ਬ੍ਰੇਕ ਥਰੂ ਇਹ ਜਿਹੜੀ ਇੱਕ ਇੰਪੋਰਟੈਂਟ ਡਿਸਕਵਰੀ ਹੋਈ ਹੈ, ਮਹੱਤਵਪੂਰਨ ਖੋਜ ਹੋਈ ਹੈ, ਉਹਦੇ ਕਰਕੇ ਵੀਟ ਪ੍ਰੋਡਕਸ਼ਨ ਇੰਨੀ ਜ਼ਿਆਦਾ ਵਧੀ ਹੈ। ਇਸ ਕਰਕੇ ਆਪਾਂ ਇਹਨੂੰ ਨਾ ਤਾਂ ਸਟ੍ਰੋਕ ਆਫ ਲੱਕ ਕਹਿ ਸਕਦੇ ਹਾਂ ਅਤੇ ਨਾ ਹੀ ਐਕਸੀਡੈਂਟ ਆਫ ਨੇਚਰ ਕਹਿ ਸਕਦੇ। ਸਟ੍ਰੋਕ ਆਫ ਲੱਕ ਦਾ ਮਤਲਬ ਹੁੰਦਾ ਹੈ ਕਿਸਮਤ ਕਰਕੇ। ਆਪਾਂ ਕਹਿ ਨਹੀਂ ਦਿੰਦੇ ਕਿਸਮਤ ਕਰਕੇ ਪਾਸ ਹੋ ਗਿਆ, ਉਹ ਤਾਂ ਕਿਸਮਤ ਸਾਰੀ ਪਾਸ ਹੋ ਗਿਆ, ਆਂਦਾ ਜਾਂਦਾ ਉਹਨੂੰ ਕੱਖ ਨਹੀਂ ਸੀ, ਉਹਨੂੰ ਕਹਿੰਦੇ ਜੀ ਸਟ੍ਰੋਕ ਆਫ ਲੱਕ। ਜਾਂ ਫਿਰ ਕਹਿੰਦੇ ਕੋਈ ਕੁਦਰਤ ਦਾ ਹੀ ਕੋਈ ਐਕਸੀਡੈਂਟ ਹੋ ਗਿਆ, ਇਹੋ ਜਿਹਾ ਐਕਸੀਡੈਂਟ ਆਫ ਨੇਚਰ, ਵੀ ਕੋਈ ਕੁਦਰਤ ਨਹੀਂ ਪਾਸਾ ਪਲਟਦਾ, ਇਹੋ ਜਿਹਾ ਵੀ ਕੁਝ ਨਹੀਂ ਹੋਇਆ। ਹੁਣ ਸਾਨੂੰ ਇਹਨਾਂ ਦਾ ਪਤਾ ਨਾ ਵੀ ਇੰਡੀਆ ਪਾਕਿਸਤਾਨ 'ਚ ਵੀਟ ਪ੍ਰੋਡਕਸ਼ਨ ਵਧੀ ਹੈ। ਕਿਉਂ ਵਧੀ ਹੈ? ਉਹਦਾ ਆਨਸਰ ਇਸ ਲਾਈਨ 'ਚ ਦਿੱਤਾ ਜਾ ਰਿਹਾ ਹੈ ਕਿ ਨਾ ਤਾਂ ਉਹ ਕਿਸਮਤ ਕਰਕੇ ਵਧੀ ਹੈ ਤੇ ਨਾ ਹੀ ਉਹ ਕੁਦਰਤ ਦੇ ਕਿਸੇ ਐਕਸੀਡੈਂਟ ਕਰਕੇ ਹੋਈ ਹੈ। ਕਿਉਂ ਹੋਈ ਹੈ? ਅ ਬ੍ਰੇਕ ਥਰੂ ਇਨ ਵੀਟ ਪ੍ਰੋਡਕਸ਼ਨ। ਕੋਈ ਬ੍ਰੇਕ ਥਰੂ ਹੋਇਆ। ਹੁਣ ਇਹ ਬ੍ਰੇਕ ਥਰੂ ਕਾਹਦਾ ਹੋਇਆ? ਇੰਪੋਰਟੈਂਟ ਡਿਸਕਵਰੀ ਕਾਹਦੀ ਹੋਈ ਹੈ? ਇਹਦੇ ਬਾਰੇ ਸਾਨੂੰ ਅਗਲੀਆਂ ਲਾਈਨਾਂ 'ਚ ਪਤਾ ਲੱਗਦਾ। Its success is based on sound research, the importance of which is not self-evident at first glance. ਕਹਿੰਦੇ ਇਹ ਜਿਹੜੀ ਸਾਨੂੰ ਸਫਲਤਾ ਮਿਲੀ ਹੈ, ਵੀਟ ਪ੍ਰੋਡਕਸ਼ਨ ਇੰਨੀ ਇੰਡੀਆ ਪਾਕਿਸਤਾਨ 'ਚ ਵਧੀ ਹੈ, ਉਹ ਕਿਹਦੇ ਤੇ ਬੇਸਡ ਹੋ ਕੇ ਹੋਈ ਹੈ ਜੀ? ਰਿਸਰਚ ਹੋਈ ਹੈ, ਖੋਜ ਹੋਈ ਹੈ। ਰਿਸਰਚ, ਸਾਊਂਡ ਰਿਸਰਚ ਮਤਲਬ ਸਾਊਂਡ ਰਿਸਰਚ ਜਦੋਂ ਬਹੁਤ ਜ਼ਿਆਦਾ ਖੋਜ ਕੀਤੀ ਜਾਂਦੀ ਹੈ, ਸਾਇੰਟਿਸਟ ਕਰਦੇ ਆ, ਉਹਦੇ ਕਰਕੇ ਹੋਇਆ ਇਹ। ਅਤੇ ਇਹਦੀ ਜਿਹੜੀ ਇੰਪੋਰਟੈਂਸ ਸੀਗੀ ਨਾ, ਇਹ ਪਹਿਲੀ ਨਜ਼ਰ 'ਚ ਸਾਨੂੰ ਸੈਲਫ ਐਵੀਡੈਂਟ ਨਹੀਂ ਹੁੰਦੀ। ਐਵੀਡੈਂਟ ਦਾ ਮਤਲਬ ਹੁੰਦਾ ਬੇਟਾ ਸਪਸ਼ਟ, ਪਹਿਲਾਂ ਵੀ ਸ਼ਬਦ ਆਇਆ ਇਹ। ਗਲਾਂਸ ਦਾ ਮਤਲਬ ਹੁੰਦਾ ਨਜ਼ਰ, ਕਿ ਪਹਿਲੀ ਨਜ਼ਰ 'ਚ ਨਹੀਂ ਪਤਾ ਲੱਗਦੀ ਇਹ ਸਾਨੂੰ। ਪਤਾ ਕਿਵੇਂ ਲੱਗਦੀ ਹੈ? ਸਾਨੂੰ ਥੋੜਾ ਜਿਹਾ ਪਿਛੋਕੜ ਦੇਖਣਾ ਪੈਂਦਾ। ਕਿਵੇਂ? ਫॉर behind the scenes halfway around the world in Mexico were 2 decades of aggressive research on wheat that not only enabled Mexico to become self-sufficient with respect to wheat production, ਇੱਥੇ reduction ਪਾਇਆ ਹੋਇਆ, but also paved the way to rapid increase in its production in other countries. ਹੁਣ ਪਤਾ ਲੱਗਿਆ ਜੀ ਕਿ ਇੱਕ ਅਸਲੀ ਕਾਰਨ ਕੀ ਹੈ। ਕਹਿੰਦੇ ਪਰਦੇ ਦੇ ਪਿੱਛੇ, behind the scenes, ਪਰਦੇ ਦੇ ਪਿੱਛੇ ਮੈਕਸੀਕੋ ਦੇ ਵਿੱਚ ਆਲਮੋਸਟ ਅੱਧੇ ਮੈਕਸੀਕੋ ਤਾਂ ਜਿਹੜਾ ਮੈਕਸੀਕੋ ਹੈ ਬੇਟਾ ਅਮਰੀਕਾ ਮਹਾਦੀਪ ਚ ਆਉਂਦਾ ਇਹ, ਤੇ ਮੈਕਸੀਕੋ ਦੇ ਅੱਧੇ ਹਿੱਸੇ ਦੇ ਵਿੱਚ ਕੀ ਹੋਈ ਹੈ? ਕਹਿੰਦੇ ਰਿਸਰਚ ਹੋਈ, ਅਗਰੈਸਿਵ ਰਿਸਰਚ ਹੋਈ। ਅਗਰੈਸਿਵ ਮਤਲਬ ਬੜੀ ਹੀ ਜੋਸ਼ ਨਾਲ, ਬੜੇ ਜੋਸ਼ ਨਾਲ ਰਿਸਰਚ ਹੋਈ। ਤੇ ਕਿੰਨੀ ਦੇਰ ਹੁੰਦੀ ਰਹੀ? 2 decades, 2 ਦਹਾਕੇ। ਇੱਕ ਡੈਕੇਡ 10 ਸਾਲ ਦਾ ਹੁੰਦਾ ਹੈ, 2 decades 20 ਸਾਲ ਹੋ ਗਏ। 20 ਸਾਲ ਦੀ ਰਿਸਰਚ ਹੋਈ ਜੀ ਮੈਕਸੀਕੋ ਚ, ਜਿਸਨੇ ਮੈਕਸੀਕੋ ਨੂੰ ਕੀ ਕਰਤਾ? ਸੈਲਫ ਸਫੀਸ਼ੀਐਂਟ ਬਣਾਤਾ, ਆਤਮ ਨਿਰਭਰ ਬਣਾਤਾ। ਪਹਿਲਾਂ ਮੈਕਸੀਕੋ ਆਤਮ ਨਿਰਭਰ ਨਹੀਂ ਸੀ, ਉਸ ਨੂੰ ਕਣਕ ਲਈ ਦੂਜੇ ਦੇਸ਼ਾਂ ਤੋਂ ਕਣਕ ਮੰਗਾਉਣੀ ਪੈਂਦੀ ਸੀ। ਪਰ ਮੈਕਸੀਕੋ ਦੇ ਵਿੱਚ ਵੀਟ ਦੀ ਵੈਰਾਈਟੀ ਤੇ ਰਿਸਰਚ ਹੋਈ, 20 ਸਾਲ ਹੋਈ, ਅਗਰੈਸਿਵ ਰਿਸਰਚ ਹੋਈ, ਜਿਸ ਨਾਲ ਕੀ ਹੋਇਆ ਕਿ ਬਾਕੀ ਕੰਟਰੀਜ਼ ਦੇ ਵਿੱਚ ਵੀ ਵੀਟ ਪ੍ਰੋਡਕਸ਼ਨ ਦਾ ਜਿਹੜਾ ਰੈਪਿਡ ਇਨਕਰੀਜ਼ ਸੀ, ਤੇਜ਼ੀ ਨਾਲ ਵਾਧਾ ਸੀ, ਉਸ ਦਾ ਰਸਤਾ ਸਾਫ਼ ਹੋ ਗਿਆ। ਪੇਵ ਦਾ ਵੇ, ਪੇਵ ਦਾ ਵੇ ਇਜ਼ ਅ ਫਰੇਜ਼, ਇਹਦਾ ਮਤਲਬ ਹੁੰਦਾ ਹੈ ਰਸਤਾ ਕਲੀਅਰ ਹੋਣਾ, ਰਸਤਾ ਬੰਨਣਾ। ਕਿਉਂਕਿ ਬੇਟਾ ਜਦੋਂ ਕੋਈ ਰਿਸਰਚ ਜਾਂ ਡਿਸਕਵਰੀ ਕਿਸੇ ਇੱਕ ਦੇਸ਼ 'ਚ ਹੁੰਦੀ ਹੈ, ਉਹਦਾ ਫਾਇਦਾ ਫਿਰ ਸਾਰਿਆਂ ਨੂੰ ਮਿਲਦਾ ਹੈ। ਜਦੋਂ ਮੈਕਸੀਕੋ ਸੈਲਫ ਸਫੀਸ਼ੀਐਂਟ ਬਣ ਗਿਆ, 20 ਸਾਲ ਉਸਨੇ ਵੀਟ ਦੀ ਵੈਰਾਈਟੀ ਤੇ ਰਿਸਰਚ ਕੀਤੀ ਤੇ ਰਿਸਰਚ ਕਰਕੇ ਵੀਟ ਦੀ ਇੱਕ ਵਧੀਆ ਵੈਰਾਈਟੀ ਉਹਨਾਂ ਨੂੰ ਮਿਲ ਗਈ, ਜਿਸ ਨਾਲ ਇੰਨੀ ਜ਼ਿਆਦਾ ਪੈਦਾਵਾਰ ਹੋਈ ਕਿ ਮੈਕਸੀਕੋ ਇੱਕ ਤਾਂ ਸੈਲਫ ਸਫੀਸ਼ੀਐਂਟ ਹੋ ਗਿਆ ਤੇ ਦੂਸਰਾ ਬਾਕੀ ਦੇ ਦੇਸ਼ਾਂ ਦਾ ਵੀ ਆਤਮ ਨਿਰਭਰ ਬਣਨ ਦਾ ਰਸਤਾ ਕਲੀਅਰ ਹੋ ਗਿਆ। ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ
ਕਿ ਜਿਹੜੀ ਇੰਡੀਆ ਪਾਕਿਸਤਾਨ ਦੇ ਵਿੱਚ ਵੀਟ ਪ੍ਰੋਡਕਸ਼ਨ ਇੰਨੀ ਜ਼ਿਆਦਾ ਵਧੀ ਹੈ ਉਹਦਾ ਬੇਸਿਕ ਕਾਰਨ ਕਿਹੜਾ ਦੇਸ਼ ਹੈ? ਮੈਕਸੀਕੋ। It was in Mexico that the high yielding Mexican dwarf varieties were designed, bred and developed. ਕਹਿੰਦੇ ਮੈਕਸੀਕੋ ਦੇ ਵਿੱਚ ਕੀ ਕੀਤਾ ਗਿਆ ਕਿ ਇਸ ਵੈਰਾਈਟੀ ਨੂੰ ਡਿਜ਼ਾਈਨ ਕੀਤਾ ਗਿਆ। ਇਸ ਨੂੰ ਮੈਕਸੀਕਨ ਡਵਾਰਫ ਵੈਰਾਈਟੀ ਕਹਿੰਦੇ ਆ ਜੀ। ਤੁਹਾਨੂੰ ਪਤਾ ਨਾ ਕਣਕ ਦੀਆਂ ਕਈ ਕਿਸਮਾਂ ਹੁੰਦੀਆਂ, ਕਈ ਨਾਮ ਹੁੰਦੇ ਆ। ਜਿਹੜੀ ਮੈਕਸੀਕੋ ਦੇ ਵਿੱਚ ਕਣਕ ਦੀ ਵੈਰਾਈਟੀ ਡਿਵੈਲਪ ਕੀਤੀ ਗਈ, ਡਿਜ਼ਾਈਨ ਕੀਤੀ ਗਈ, ਰਿਸਰਚ ਕਰਕੇ ਜਿਹੜੀ ਬਣੀ, ਉਹਦਾ ਨਾਮ ਕੀ ਸੀਗਾ ਜੀ? ਮੈਕਸੀਕਨ ਡਵਾਰਫ ਵੈਰਾਈਟੀ। ਡਵਾਰਫ ਸ਼ਬਦ ਬੇਟਾ ਤੁਹਾਡੇ ਗਲੋਸਰੀ 'ਚ ਵੀ ਹੈ। ਡਵਾਰਫ ਵੈਸੇ ਨਾ ਬੋਣੇ ਨੂੰ ਕਿਹਾ ਜਾਂਦਾ ਹੈ, ਗਿੱਠ ਮੁੱਠੀਏ ਨੂੰ। ਗੁਲੀਵਰ ਇਨ ਲਿਲੀਪੁੱਟ ਹੈ ਨਾ, ਉਹਦੇ 'ਚ ਜਿਹੜੇ ਆਏ ਸੀ ਉਹ ਡਵਾਰਫ ਸੀਗੇ, ਤਾਂ ਡਵਾਰਫ ਬੋਣੇ ਨੂੰ ਕਿਹਾ ਜਾਂਦਾ ਹੈ। ਮੈਕਸੀਕਨ ਡਵਾਰਫ ਵੈਰਾਈਟੀ ਹੈ ਨਾ, ਉਹ ਕਣਕ ਦਾ ਪੌਦਾ ਬੜਾ ਹੀ ਛੋਟਾ ਸੀਗਾ। ਆਮ ਤੌਰ ਤੇ ਕਣਕ ਦੇ ਜਿਹੜੇ ਪੌਦੇ ਲਾਏ ਜਾਂਦੇ ਸੀਗੇ ਨਾ, ਉਹ ਵੱਡੇ ਵੱਡੇ ਸੀਗੇ। ਇਹ ਜਿਹੜੀ ਵੈਰਾਈਟੀ ਡਿਵੈਲਪ ਕੀਤੀ ਗਈ ਸੀ, ਇਹ ਕਣਕ ਦਾ ਛੋਟਾ ਪੌਦਾ ਸੀ, ਇਸ ਕਰਕੇ ਉਸ ਨੂੰ ਮੈਕਸੀਕਨ ਡਵਾਰਫ ਕਿਹਾ ਗਿਆ। ਇੱਥੇ ਇਹੀ ਕਿਹਾ ਗਿਆ, ਹੇਅਰ ਅ ਪਲਾਂਟ ਮਚ ਬਿਲੋ ਦਾ ਆਰਡੀਨਰੀ ਸਾਈਜ਼ ਆਫ ਇਟਸ ਕਾਈਂਡ। ਆਰਡੀਨਰੀ ਸਾਈਜ਼ ਮਤਲਬ ਜਿਹੜਾ ਆਮ ਸਾਈਜ਼ ਹੁੰਦਾ ਨਾ ਕਣਕ ਦੇ ਪੌਦੇ ਦਾ, ਉਹਦੇ ਤੋਂ ਇਹ ਕਾਫੀ ਛੋਟਾ ਸੀ। ਤਾਂ ਛੋਟੇ ਹੋਣ ਕਰਕੇ ਇਹਦਾ ਨਾਮ ਕੀ ਰੱਖਿਆ ਗਿਆ? ਮੈਕਸੀਕਨ ਡਵਾਰਫ। ਤਾਂ ਬੇਟਾ ਇਹ ਮੈਕਸੀਕੋ ਦੇ ਵਿੱਚ ਇਹ ਜਿਹੜੀ ਹਾਈ ਯੀਲਡਿੰਗ ਦਾ ਮਤਲਬ ਬਹੁਤ ਜ਼ਿਆਦਾ ਝਾੜ ਦੇਣ ਵਾਲੀ ਮੈਕਸੀਕਨ ਡਵਾਰਫ ਸੀਗੀ, ਇਸ ਨੂੰ ਡਿਜ਼ਾਈਨ ਕੀਤਾ ਗਿਆ। ਬਰੀਡ ਤੋਂ ਬਣਦਾ ਹੈ ਨਾ, ਬ੍ਰੈਡ। ਇਹ ਬਰੀਡਿੰਗ ਨਾਲ ਹੁੰਦਾ ਬੇਟਾ, ਬਰੀਡਿੰਗ ਸਮਝਦੇ ਹੋ? 2-3 ਕਿਸਮਾਂ ਲੈ ਕੇ ਇਕੱਠੀਆਂ ਲਾ ਕੇ ਉਹਦੀ ਜਿਹੜੀ ਨਵੀਂ ਵੈਰਾਈਟੀ ਬਣਦੀ ਉਹਨੂੰ ਬਰੀਡ ਕਰਨਾ ਕਹਿੰਦੇ ਆ। ਤਾਂ ਬਰੀਡ ਕਰਕੇ ਇਹ ਬਣੀ ਸੀ, ਇਸ ਤੋਂ ਇਹ ਡਿਵੈਲਪ ਹੋਈ ਸੀ। There also was developed the new production technology which permits these varieties when properly cultivated to express their high genetic grain yield potential, in general double or triple that of the best yielders among older tall stored varieties. ਇਸ ਲਾਈਨ ਦੇ ਵਿੱਚ ਇਹ ਦੱਸਿਆ ਗਿਆ ਹੈ, ਜਦੋਂ ਇਹ ਵੈਰਾਈਟੀ ਬੇਟਾ ਬਣ ਗਈ ਮੈਕਸੀਕਨ ਡਵਾਰਫ ਵੈਰਾਈਟੀ ਦੇ ਨਾਲ, ਤਾਂ ਫਰਕ ਕੀ ਪਿਆ? ਫਰਕ ਇਹ ਪਿਆ ਕਿ ਜਿਹੜੀ ਪੁਰਾਣੀ ਵੈਰਾਈਟੀ ਸੀ ਨਾ, 올ਡਰ, ਬਿਲਕੁਲ ਲਾਸਟ ਹੈ ਲਾਈਨ ਦੇ, 올ਡਰ ਟਾਲ ਲੰਬੀਆਂ ਜਿਹੜੀਆਂ ਪੌਦੇ ਵਾਲੀਆਂ ਵੈਰਾਈਟੀਆਂ ਸੀਗੀਆਂ ਵੀਟ ਦੀਆਂ, ਉਹਦੇ ਨਾਲੋਂ ਇਹ ਕਿੰਨੀ ਝਾੜ ਜ਼ਿਆਦਾ ਦੇ ਰਹੀ ਸੀ? ਡਬਲ ਔਰ ਟ੍ਰਿਪਲ। ਇਹ ਜਿੰਨਾ ਪੁਰਾਣਾ ਪੌਦਾ ਕਣਕ ਦਾ ਝਾੜ ਦੇ ਰਿਹਾ ਸੀ, ਉਹਦੇ ਨਾਲੋਂ ਇਹ ਡਬਲ ਤੇ ਟ੍ਰਿਪਲ ਦੇ ਰਿਹਾ ਸੀ। ਪਰ ਉਹਦੇ 'ਚ ਕੰਡੀਸ਼ਨ ਕੀ ਸੀ? ਕੰਡੀਸ਼ਨ ਇਹ ਸੀ ਕਿ ਇਹਨਾਂ ਨੂੰ ਪ੍ਰੋਪਰਲੀ ਕਲਟੀਵੇਟ ਕਰਨਾ ਪੈਂਦਾ ਸੀ। ਪ੍ਰੋਪਰਲੀ ਮਤਲਬ ਪੂਰੇ ਤਰੀਕੇ ਨਾਲ ਇਹਨਾਂ ਨੂੰ ਪੈਦਾ ਕਰਨਾ ਪੈਂਦਾ ਸੀਗਾ। ਪ੍ਰੋਡਕਸ਼ਨ ਟੈਕਨੋਲੋਜੀ ਦੇ ਵਿੱਚ ਵੀ ਸਾਨੂੰ ਥੋੜਾ ਜਿਹਾ ਸੁਧਾਰ ਲਿਆਉਣਾ ਪੈਂਦਾ ਸੀ, ਨਵੀਂ ਪ੍ਰੋਡਕਸ਼ਨ ਟੈਕਨੋਲੋਜੀ ਯੂਜ਼ ਕਰਨੀ ਪੈਂਦੀ ਸੀ। ਜਦੋਂ ਅਸੀਂ ਸਾਰੇ ਕੰਮ ਕਰਦੇ ਸੀ, ਨਿਊ ਪ੍ਰੋਡਕਸ਼ਨ ਟੈਕਨੋਲੋਜੀ ਯੂਜ਼ ਕਰਦੇ ਸੀ, ਪ੍ਰੋਪਰਲੀ ਕਲਟੀਵੇਟ ਕਰਦੇ ਸੀ, ਤਾਂ ਫਿਰ ਇਹ ਜਿਹੜਾ ਪੌਦਾ ਸੀਗਾ ਇਹ ਸਾਨੂੰ ਪੁਰਾਣੀਆਂ ਵੈਰਾਈਟੀਆਂ ਨਾਲੋਂ ਡਬਲ ਜਾਂ ਟ੍ਰਿਪਲ ਝਾੜ ਦੇ ਰਿਹਾ ਸੀ। ਹੁਣ ਤੁਸੀਂ ਅੰਦਾਜ਼ਾ ਲਾਓ, ਇੱਕ ਕਿਸਾਨ ਹੈ ਜਿਹੜਾ ਪੁਰਾਣਾ ਪੌਦਾ ਲਾ ਰਿਹਾ ਆਪਣੇ ਖੇਤ 'ਚ, ਉਹਨੂੰ ਜਿੰਨੀ ਝਾੜ ਮਿਲੀ ਉਹਦੇ ਨਾਲ ਉਹਨੂੰ ਤਿੱਗਣੀ ਝਾੜ ਮਿਲ ਗਈ, ਉਹ ਤਾਂ ਬਾਰੇ ਨਿਆਰੇ ਹੋ ਗਏ। ਇਸ ਨੂੰ ਕਿਹਾ ਗਿਆ ਗ੍ਰੀਨ ਰੈਵੋਲੂਸ਼ਨ। ਤਾਂ ਗ੍ਰੀਨ ਰੈਵੋਲੂਸ਼ਨ ਦਾ ਮਤਲਬ ਕੀ ਹੈ ਕਿ ਜਿਹੜੀ ਮੈਕਸੀਕੋ ਦੇ ਵਿੱਚ ਨਵਾਂ ਪੌਦਾ ਬਣਿਆ, ਜਿਹਨੂੰ ਕਿ ਮੈਕਸੀਕਨ ਡਵਾਰਫ ਕਿਹਾ ਗਿਆ, ਉਸ ਨੇ ਕ੍ਰਾਂਤੀ ਲਿਆਂਦੀ ਸੀ ਇੰਡੀਆ ਤੇ ਪਾਕਿਸਤਾਨ 'ਚ। ਤੇ ਉਹ ਮੈਕਸੀਕਨ ਡਵਾਰਫ ਨੂੰ ਬਣਾਉਣ ਵਾਲਾ ਬੰਦਾ ਕੌਣ ਸੀਗਾ ਜੀ? ਇਸ ਚੈਪਟਰ ਦਾ ਰਾਈਟਰ ਨਾਰਮਨ ਈ ਬਰਲੌਗ। ਇਸੇ ਕਰਕੇ ਉਸ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ, ਬਿਕੋਜ਼ ਇੰਨੀ ਭੁੱਖਮਰੀ ਬੇਟਾ ਉਹਨੇ ਖਤਮ ਕੀਤੀ। ਮੈਕਸੀਕੋ ਵੀ ਡਿਵੈਲਪਿੰਗ ਕੰਟਰੀ ਹੈ ਸਾਡੇ ਵਰਗਾ, ਭੁੱਖਮਰੀ ਖਤਮ ਹੋਊਗੀ, ਤਿੱਗਣੀ ਚੌਗਣੀ ਫਸਲ ਹੋ ਰਹੀ ਹੈ, ਤਾਂ ਫਿਰ ਭੁੱਖਮਰੀ ਕਿਵੇਂ ਹੋਊਗੀ? ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। 10th and last paragraph,
The Green Revolution has forced the Indian government to improve many of its public services. ਹੁਣ ਦੇਖੋ ਨੌਵੇਂ ਪੈਰੇ 'ਚ ਸਾਨੂੰ ਪਤਾ ਲੱਗਿਆ ਹੈ ਕਿ ਸਾਡੇ ਇੰਡੀਆ ਦੇ ਵਿੱਚ ਵੀਟ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਆਈ ਹੈ, ਤਾਂ ਉਹਦੇ ਕਰਕੇ ਇੰਡੀਅਨ ਗਵਰਨਮੈਂਟ ਨੂੰ ਮਜਬੂਰ ਹੋਣਾ ਪਿਆ। ਫੋਰਸ ਦਾ ਮਤਲਬ ਮਜਬੂਰ ਹੋਣਾ, ਤਾਂ ਕਿ ਉਹ ਆਪਣੀ ਪਬਲਿਕ ਸਰਵਿਸਿਜ਼ ਦੇ ਵਿੱਚ ਸੁਧਾਰ ਲਿਆ ਸਕੇ। ਮੈਨੀ ਆਫ ਇਟਸ ਪਬਲਿਕ ਸਰਵਿਸਿਜ਼, ਮੈਨੀ ਆਫ ਇਟਸ ਪਬਲਿਕ ਸਰਵਿਸਿਜ਼ ਦਾ ਮਤਲਬ ਬਹੁਤ ਸਾਰੀਆਂ ਸਰਕਾਰ ਜਿਹੜੀਆਂ ਸਰਵਿਸਿਜ਼ ਲੋਕਾਂ ਨੂੰ ਪ੍ਰਦਾਨ ਕਰਦੀ ਹੈ, ਜਿਵੇਂ ਕਿ ਵਧੀਆ ਸੜਕਾਂ ਮੁਹੱਈਆ ਕਰਾਉਣਾ, ਬੱਚਿਆਂ ਲਈ ਸਕੂਲ ਖੋਲ੍ਹਣੇ, ਹਸਪਤਾਲ ਖੋਲ੍ਹਣੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੰਪਰੂਵ ਕਰਨ ਦੇ ਲਈ ਇੰਡੀਅਨ ਗਵਰਨਮੈਂਟ ਨੂੰ, ਭਾਰਤ ਸਰਕਾਰ ਨੂੰ ਮਜਬੂਰ ਹੋਣਾ ਪਿਆ। ਕਿਸ ਦੇ ਕਰਕੇ? ਗ੍ਰੀਨ ਰੈਵੋਲੂਸ਼ਨ ਦੇ ਕਰਕੇ। Although there was an extreme shortage of storage space for the first record-breaking wheat crop in 1968, the government improvised satisfactorily and very little grain was lost. ਕਹਿੰਦੇ ਹਾਲਾਂਕਿ ਜਿਹੜਾ 1968 ਈਸਵੀ ਦੇ ਵਿੱਚ ਪਹਿਲੀ ਵਾਰੀ ਰੈਕਡ ਬ੍ਰੇਕਿੰਗ ਵੀਟ ਕ੍ਰੌਪ ਹੋਈ, ਕਣਕ ਦੀ ਫਸਲ 1968 ਦੇ ਵਿੱਚ ਇੱਕ ਤਰ੍ਹਾਂ ਦੀ ਬੰਪਰ ਫਸਲ ਹੋਈ, ਤਾਂ ਉਸ ਦੇ ਕਰਕੇ ਉਸ ਨੂੰ ਸਟੋਰ ਕਰਨ ਦੇ ਲਈ ਜਿਹੜੀ ਜਗ੍ਹਾ ਚਾਹੀਦੀ ਸੀ ਉਸ ਦੇ ਵਿੱਚ ਸ਼ੋਰਟੇਜ ਆਉਣ ਦੇ ਚਾਂਸ ਸੀਗੇ, ਐਕਸਟ੍ਰੀਮ ਸ਼ੋਰਟੇਜ ਹੋਣ ਦੇ ਚਾਂਸਿਸ ਬਣ ਗਏ ਸੀ। ਕਿਉਂਕਿ ਬੱਚਿਓ ਐ ਹੁੰਦਾ ਨਾ, ਜਦੋਂ ਸਰਕਾਰ ਕਿਸਾਨਾਂ ਤੋਂ ਫਸਲ ਲੈਂਦੀ ਹੈ ਤਾਂ ਉਸ ਨੂੰ ਸਟੋਰ ਕਰਨ ਦੇ ਲਈ ਕਿਤੇ ਤਾਂ ਰੱਖਣਾ ਪਏਗਾ ਨਾ ਸਰਕਾਰ ਨੂੰ। ਤਾਂ ਇੰਨੀ ਜ਼ਿਆਦਾ ਫਸਲ ਆ ਗਈ ਸੀ ਮਾਰਕੀਟ ਦੇ ਵਿੱਚ। ਤਾਂ ਉਸ ਸਮੇਂ 1968 ਈਸਵੀ ਦੇ ਟਾਈਮ ਜਦੋਂ ਗ੍ਰੀਨ ਰੈਵੋਲੂਸ਼ਨ ਹੋਈ ਹੈ ਪਹਿਲੀ ਵਾਰੀ ਇੰਡੀਆ ਦੇ ਵਿੱਚ, ਤਾਂ ਵੀਟ ਦੀ ਫਸਲ, ਕਣਕ ਦੀ ਫਸਲ ਨੂੰ ਸਾਂਭਣ ਦੇ ਲਈ ਸਟੋਰੇਜ ਸਪੇਸ ਦੀ ਸ਼ੋਰਟੇਜ ਹੋ ਗਈ ਸੀ, ਸਟੋਰ ਕਰਨ ਦੀ ਜਗ੍ਹਾ ਦੀ ਕਮੀ ਪੈ ਗਈ ਸੀ। ਪਰੰਤੂ ਫਿਰ ਵੀ ਸਰਕਾਰ ਨੇ ਇੰਪਰੋਵਾਈਜ਼ ਕੀਤਾ, ਮਤਲਬ ਐਨ ਉਸੇ ਸਮੇਂ ਤਤਕਾਲ ਸਮੇਂ ਤੇ ਪ੍ਰਬੰਧ ਕੀਤੇ ਅਤੇ ਸੈਟਿਸਫੈਕਟਰੀਲੀ ਪ੍ਰਬੰਧ ਕੀਤੇ, ਮਤਲਬ ਸੰਤੋਖਜਨਕ ਪ੍ਰਬੰਧ ਕੀਤੇ, ਅਤੇ ਬਹੁਤ ਘੱਟ ਅਨਾਜ ਖਰਾਬ ਹੋਇਆ। ਵੈਰੀ ਲਿਟਲ ਗ੍ਰੇਨ ਵਾਜ਼ ਲੋਸਟ। ਗ੍ਰੇਨ ਦਾ ਮਤਲਬ ਇੱਥੇ ਅਨਾਜ ਤੋਂ ਹੈ। ਤਾਂ ਭਾਰਤ ਸਰਕਾਰ ਨੇ ਤਤਕਾਲ ਸਮੇਂ ਤੇ, ਇੰਪਰੋਵਾਈਜ਼ ਦਾ ਮਤਲਬ ਹੁੰਦਾ ਬੱਚਿਓ ਉਸੇ ਸਮੇਂ, ਤਤਕਾਲ ਸਮੇਂ ਤੇ ਬੜੇ ਹੀ ਵਧੀਆ ਪ੍ਰਬੰਧ ਕੀਤੇ, ਸੰਤੋਖਜਨਕ ਪ੍ਰਬੰਧ ਕੀਤੇ, ਤੇ ਬਹੁਤ ਘੱਟ ਅਨਾਜ ਖਰਾਬ ਹੋਇਆ। ਇੰਪਰੋਵਾਈਜ਼ ਸ਼ਬਦ ਤੁਹਾਡੀ ਵੋਕੈਬਲਰੀ ਦੇ ਵਿੱਚ ਵੀ ਸ਼ਾਮਿਲ ਹੈ। ਤੇ ਲਾਸਟ ਵਰਡ ਹੈ ਜੀ ਇੰਪਰੋਵਾਈਜ਼ਡ, ਪ੍ਰੋਵਾਈਡਡ ਵਿਦਾਊਟ ਪ੍ਰੀਵੀਅਸ ਪ੍ਰੈਪਰੇਸ਼ਨ। ਕਿ ਜਦੋਂ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਹੁੰਦੀ, ਪ੍ਰੈਪਰੇਸ਼ਨ ਦਾ ਮਤਲਬ ਇੱਥੇ ਤਿਆਰੀ ਹੋਗੀ, ਪਹਿਲਾਂ ਤੋਂ ਤਾਂ ਕੋਈ ਤਿਆਰੀ ਨਹੀਂ ਨਾ ਸੀ ਸਰਕਾਰ ਦੀ, ਕਿਉਂਕਿ ਸਰਕਾਰ ਕੋਲੇ ਤਾਂ ਗੋਦਾਮ ਉਨੇ ਹੀ ਸੀਗੇ ਫਸਲ ਨੂੰ ਸਟੋਰ ਕਰਨ ਦੇ ਲਈ। ਲੇਕਿਨ ਫਿਰ ਵੀ ਮੌਕੇ ਤੇ ਸਰਕਾਰ ਨੇ ਸੰਤੋਖਜਨਕ ਪ੍ਰਬੰਧ ਕੀਤੇ। During the past 2 years, stimulated in part by criticism by farmers and the press, warehouse capacity has been expanded greatly to provide adequate storage for the increasing grain production. ਕਹਿੰਦੇ ਪਿਛਲੇ 2 ਸਾਲਾਂ ਤੋਂ ਮਤਲਬ ਜਦੋਂ ਇਹ ਲੈਕਚਰ ਦਿੱਤਾ ਗਿਆ ਸੀ ਰਾਈਟਰ ਵੱਲੋਂ, ਉਸ ਤੋਂ ਪਿਛਲੇ 2 ਸਾਲਾਂ ਤੋਂ ਫਾਰਮਰਸ ਨੇ ਸਰਕਾਰ ਨੂੰ ਕ੍ਰਿਟਿਸਾਈਜ਼ ਕੀਤਾ ਅਤੇ ਪ੍ਰੈਸ ਨੇ ਸਰਕਾਰ ਨੂੰ ਕ੍ਰਿਟਿਸਾਈਜ਼ ਕੀਤਾ। ਹੁਣ ਇੱਥੇ ਪ੍ਰੈਸ ਦਾ ਮਤਲਬ ਅਖਬਾਰ ਆ ਗਏ, ਰਸਾਲੇ ਆ ਗਏ, ਮੀਡੀਆ ਆ ਗਿਆ, ਤੇ ਕਿਸਾਨ ਆ ਗਏ। ਇਹਨਾਂ ਨੇ ਸਰਕਾਰ ਨੂੰ ਕ੍ਰਿਟਿਸਾਈਜ਼ ਕੀਤਾ। ਕ੍ਰਿਟਿਸਾਈਜ਼ ਦਾ ਮਤਲਬ ਬੱਚਿਓ ਇਹ ਨਹੀਂ ਹੁੰਦਾ ਕਿ ਸਰਕਾਰ ਦੀ ਆਪਾਂ ਨੇ ਹਮੇਸ਼ਾ ਬੁਰਾਈ ਕਰਨੀ ਹੈ। ਕ੍ਰਿਟਿਸਾਈਜ਼ ਦਾ ਮਤਲਬ ਇਹ ਹੁੰਦਾ ਹੈ ਕਿ ਚੰਗੇ ਕੰਮ ਨੂੰ ਆਪਾਂ ਚੰਗਾ ਕਹਿਣਾ ਹੈ ਤੇ ਮਾੜੇ ਕੰਮ ਨੂੰ ਮਾੜਾ ਕਹਿਣਾ ਹੈ। ਤਾਂ ਉਸ ਸਮੇਂ ਫਾਰਮਰਸ ਨੇ ਅਤੇ ਪ੍ਰੈਸ ਨੇ ਸਰਕਾਰ ਨੂੰ ਕ੍ਰਿਟਿਸਾਈਜ਼ ਕੀਤਾ। ਉਸ ਦੇ ਨਾਲ ਕੀ ਹੋਇਆ ਕਿ ਸਰਕਾਰ ਹਰਕਤ 'ਚ ਆ ਗਈ। ਸਟਿਮੂਲੇਟ ਦਾ ਮਤਲਬ ਹੁੰਦਾ ਹੈ ਟੂ ਬੀ ਐਕਟਿਵ। ਟੂ ਬੀ ਐਕਟਿਵ ਦਾ ਮਤਲਬ ਹਰਕਤ 'ਚ ਆਉਣਾ। ਸਰਕਾਰ ਹਰਕਤ 'ਚ ਆਈ ਅਤੇ ਫਿਰ ਕੀ ਹੋਇਆ, ਜਿਹੜੀ ਵੇਅਰ ਹਾਊਸ ਕੈਪੈਸਿਟੀ ਸੀ, ਵੇਅਰ ਹਾਊਸ ਕੈਪੈਸਿਟੀ ਦਾ ਮਤਲਬ ਇੱਥੇ ਬੱਚਿਓ ਗੋਦਾਮਾਂ ਤੋਂ ਹੈ, ਜਿਸ ਦੇ ਵਿੱਚ ਫਸਲ ਨੂੰ, ਚਾਵਲ ਨੂੰ, ਕਣਕ ਨੂੰ ਸਟੋਰ ਕੀਤਾ ਜਾਂਦਾ ਹੈ। ਤਾਂ ਵੇਅਰ ਹਾਊਸ ਕੈਪੈਸਿਟੀ ਐਕਸਪੈਂਡਡ, ਇਸ ਨੂੰ ਵਧਾਇਆ ਗਿਆ ਗ੍ਰੇਟਲੀ, ਬਹੁਤ ਜ਼ਿਆਦਾ, ਤਾਂ ਕਿ ਜਿਹੜੀ ਸਾਡੀ ਵਧਦੀ ਹੋਈ ਅਨਾਜ ਦੀ ਪੈਦਾਵਾਰ ਹੈ ਉਸ ਨੂੰ ਸਹੀ ਤਰੀਕੇ ਨਾਲ ਸਟੋਰ ਕੀਤਾ ਜਾਵੇ। ਐਡਿਕੁਏਟ ਦਾ ਮਤਲਬ ਐਨਫ, ਕਿ ਜਿਹੜੀ ਕਾਫੀ ਜ਼ਿਆਦਾ ਫਸਲ ਸਾਡੀ ਹੋਈ ਸੀ ਉਸ ਨੂੰ ਅਸੀਂ ਸਹੀ ਤਰੀਕੇ ਨਾਲ ਸਟੋਰ ਕਰ ਸਕੀਏ। ਇੱਕ ਤਰੀਕੇ ਨਾਲ ਸਾਡੀ ਜਨਤਾ ਨੇ, ਫਾਰਮਰਸ ਨੇ ਅਤੇ ਪ੍ਰੈਸ ਨੇ ਬੜਾ ਵਧੀਆ ਰੋਲ ਅਦਾ ਕੀਤਾ। ਜਦੋਂ ਉਹਨਾਂ ਨੇ ਸਰਕਾਰ ਦੇ ਉੱਪਰ ਜ਼ੋਰ ਬਣਾਇਆ ਤਾਂ ਸਰਕਾਰ ਨੇ ਫਿਰ ਫਟਾਫਟ ਵੇਅਰ ਹਾਊਸ, ਗੋਦਾਮ, ਇਹਨਾਂ ਦੀ ਗਿਣਤੀ ਵਧਾਤੀ, ਜਿਸ ਦੇ ਨਾਲ ਜਿਹੜੀ ਵਧੀ ਹੋਈ ਪੈਦਾਵਾਰ ਸੀ ਫਸਲ ਦੀ ਉਸ ਨੂੰ ਸਾਂਭਿਆ ਜਾ ਸਕਿਆ। The villages are demanding better roads, better public transportation and better schools, and they are beginning to get them. ਹੁਣ ਜਿਹੜੇ ਵਿਲੇਜਰਸ ਨੇ, ਪਿੰਡ ਵਾਸੀ ਨੇ, ਉਹ ਡਿਮਾਂਡ ਕਰ ਰਹੇ ਨੇ, ਮੰਗ ਪਾ ਰਹੇ ਨੇ ਕਾਦੀ, ਕਿ ਉਹਨਾਂ ਨੂੰ ਵਧੀਆ ਸੜਕਾਂ ਚਾਹੀਦੀਆਂ ਨੇ, ਵਧੀਆ ਪਬਲਿਕ ਟਰਾਂਸਪੋਰਟੇਸ਼ਨ ਚਾਹੀਦੀ ਹੈ। ਪਬਲਿਕ ਟਰਾਂਸਪੋਰਟੇਸ਼ਨ ਦਾ ਮਤਲਬ ਬੱਚਿਓ ਬੱਸਾਂ, ਰੇਲ ਗੱਡੀਆਂ, ਯਾਤਾਯਾਤ ਦੇ ਸਾਧਨ ਜਿਨ੍ਹਾਂ ਨੂੰ ਕਿ ਸਰਕਾਰ ਮੈਨੇਜ ਕਰਦੀ ਹੈ। ਤਾਂ ਸਰਕਾਰੀ ਬੱਸਾਂ, ਸਰਕਾਰੀ ਰੇਲਾਂ ਆ ਜਾਂਦੀਆਂ ਇਸ ਦੇ ਵਿੱਚ, ਤਾਂ ਉਹਨਾਂ ਦੀ ਜ਼ਿਆਦਾ ਮੰਗ ਵੱਧ ਗਈ।
ਕਿਸਾਨਾਂ ਵੱਲੋਂ, ਪਿੰਡ ਵਾਸੀਆਂ ਵੱਲੋਂ ਐਂਡ ਬੈਟਰ ਸਕੂਲਸ, ਅਤੇ ਉਹਨਾਂ ਨੇ ਸਕੂਲਾਂ ਦੀ ਵੀ ਬਿਹਤਰੀ ਦੀ ਡਿਮਾਂਡ ਕੀਤੀ ਅਤੇ ਉਹਨਾਂ ਦੀ ਇਹ ਡਿਮਾਂਡ ਪੂਰੀ ਵੀ ਹੋਣ ਲੱਗੀ। ਦੇ ਆਰ ਬਿਗਨਿੰਗ ਟੂ ਗੈਟ them, ਅਤੇ ਉਹਨਾਂ ਦੀਆਂ ਇਹ ਡਿਮਾਂਡਸ ਪੂਰੀਆਂ ਵੀ ਹੋਣ ਲੱਗੀਆਂ। ਤਾਂ ਬੱਚਿਓ ਇਹ ਤਾਂ ਅਸੀਂ ਪਹਿਲੀ ਲਾਈਨ 'ਚ ਹੀ ਦੇਖਿਆ ਨਾ ਕਿ ਜਿਹੜੀ ਗ੍ਰੀਨ ਰੈਵੋਲੂਸ਼ਨ ਹੈ ਉਸਨੇ ਫੋਰਸ ਕੀਤਾ, ਮਜਬੂਰ ਕੀਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਜਿਹੜੀਆਂ ਪਬਲਿਕ ਸਰਵਿਸਿਜ਼ ਹੈ ਉਸ ਨੂੰ ਉਹ ਇੰਪਰੂਵ ਕਰੇ। ਤਾਂ ਪਬਲਿਕ ਸਰਵਿਸਿਜ਼ ਦੇ ਵਿੱਚ ਬੱਚਿਓ ਆਹੀ ਚੀਜ਼ਾਂ ਆਉਂਦੀਆਂ ਨੇ, ਪਬਲਿਕ ਟਰਾਂਸਪੋਰਟੇਸ਼ਨ, ਬੈਟਰ ਸਕੂਲਸ ਐਂਡ ਬੈਟਰ ਰੋਡਸ। Thus, the divorce between intellect and labor, which the great Indian leader Mahatma Gandhi over 40 years ago regarded as the bane of India's agriculture, is coming to an end. ਇਸ ਤਰੀਕੇ ਨਾਲ ਜਿਹੜਾ ਇੰਟੈਲੈਕਟ ਅਤੇ ਲੇਬਰ ਦੇ ਵਿਚਕਾਰ ਡਾਈਵੋਰਸ ਸੀਗਾ, ਹੁਣ ਇੰਟੈਲੈਕਟ ਇੱਥੇ ਬੱਚਿਓ ਪੜ੍ਹੇ ਲਿਖੇ ਤਬਕੇ ਨੂੰ ਕਿਹਾ ਗਿਆ ਹੈ ਅਤੇ ਲੇਬਰ ਕੰਮ ਕਰਨ ਵਾਲੇ ਤਬਕੇ ਨੂੰ ਕਿਹਾ ਗਿਆ ਹੈ। ਤਾਂ ਪੜ੍ਹਿਆ ਲਿਖਿਆ ਤਬਕਾ ਤੇ ਕੰਮ ਕਰਨ ਵਾਲਾ ਤਬਕਾ ਜਿਹੜਾ ਸੀ ਉਹਦੇ ਵਿਚਕਾਰ ਜਿਹੜਾ ਇੱਕ ਡਾਈਵੋਰਸ ਬਣਿਆ ਹੋਇਆ ਸੀ। ਹੁਣ ਤੁਸੀਂ ਕਹੋਗੇ ਕਿ ਡਾਈਵੋਰਸ ਤਾਂ ਤਲਾਕ ਨੂੰ ਕਿਹਾ ਜਾਂਦਾ ਬੱਚਿਓ, ਤਲਾਕ ਨੂੰ ਡਾਈਵੋਰਸ ਜ਼ਰੂਰ ਕਿਹਾ ਜਾਂਦਾ, ਲੇਕਿਨ ਡਾਈਵੋਰਸ ਦਾ ਇੱਕ ਹੋਰ ਮਤਲਬ ਹੁੰਦਾ ਬੱਚਿਓ ਸੈਪਰੇਸ਼ਨ ਦਾ ਮਤਲਬ ਹੁੰਦਾ ਜਦੋਂ ਕੋਈ ਪਰਸਨ ਕਿਸੇ ਦੂਸਰੇ ਪਰਸਨ ਨਾਲੋਂ ਸੈਪਰੇਟ ਹੋ ਜਾਂਦਾ, ਅਲੱਗ ਹੋ ਜਾਂਦਾ, ਉਸ ਦੇ ਲਈ ਵੀ ਡਾਈਵੋਰਸ ਸ਼ਬਦ ਯੂਜ਼ ਕੀਤਾ ਜਾਂਦਾ ਕਈ ਵਾਰੀ। ਤਾਂ ਇੱਥੇ ਇਹੀ ਗੱਲ ਕਹੀ ਗਈ ਹੈ ਕਿ ਪੜ੍ਹੇ ਲਿਖੇ ਤਬਕੇ ਅਤੇ ਕੰਮਕਾਰ ਵਾਲੇ ਤਬਕੇ ਦੇ ਵਿਚਕਾਰ ਜਿਹੜਾ ਇੱਕ ਸੈਪਰੇਸ਼ਨ ਬਣੀ ਹੋਈ ਸੀ, ਜੋ ਅਲੱਗ-ਅਲੱਗ ਹੋਏ ਸੀ, ਜੋ ਕਿ ਮਹਾਤਮਾ ਗਾਂਧੀ ਦੇ ਅਨੁਸਾਰ ਪਿਛਲੇ 40 ਸਾਲਾਂ ਤੋਂ ਸਾਡੇ ਭਾਰਤ ਦੇ ਐਗਰੀਕਲਚਰ ਦੀ ਇੱਕ ਬੇਨ ਬਣੀ ਹੋਈ ਸੀ ਨਾ। ਬੇਨ ਦਾ ਮਤਲਬ ਹੁੰਦਾ ਬੱਚਿਓ ਪਰੇਸ਼ਾਨੀ ਦਾ ਕਾਰਨ। ਜਿਹੜੀ ਚੀਜ਼ ਕੋਈ ਪਰੇਸ਼ਾਨੀ ਦਾ ਕਾਰਨ ਬਣੇ, ਮੁਸ਼ਕਲ ਦਾ ਕਾਰਨ ਬਣੇ, ਅਸੀਂ ਉਸ ਨੂੰ ਕਹਿੰਦੇ ਹਾਂ। ਤਾਂ ਹੁਣ ਉਹ ਕੀ ਹੋ ਰਹੀ ਹੈ? ਕਮਿੰਗ ਟੂ ਐਨ ਐਂਡ। ਕਮ ਟੂ ਐਨ ਐਂਡ ਇੱਕ ਫਰੇਜ਼ ਹੁੰਦਾ ਬੱਚਿਓ, ਇਸ ਦਾ ਮਤਲਬ ਹੁੰਦਾ ਹੈ ਖਤਮ ਹੋਣਾ। ਹੁਣ ਇਹ ਜਿਹੜੀ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਸੀ ਸੈਪਰੇਸ਼ਨ ਇੰਟੈਲੈਕਟ ਅਤੇ ਲੇਬਰ ਕਲਾਸਿਸ ਦੇ ਵਿਚਕਾਰ, ਇਹ ਹੁਣ ਖਤਮ ਹੋ ਰਹੀ ਸੀ। ਅਤੇ ਇਹ ਕਿਉਂ ਹੋਈ? ਬਿਕੋਜ਼ ਆਫ ਗ੍ਰੀਨ ਰੈਵੋਲੂਸ਼ਨ। ਤਾਂ ਇੱਕ ਤਰੀਕੇ ਨਾਲ ਜਿਹੜੀ ਸਾਡੇ ਭਾਰਤ ਦੇ ਵਿੱਚ ਹਰੀ ਕ੍ਰਾਂਤੀ ਆਈ, ਉਸ ਦੇ ਨਾਲ ਜਿਹੜਾ ਸਾਡਾ ਲੇਬਰ ਤਬਕਾ ਸੀਗਾ, ਕੰਮ ਕਰਨ ਵਾਲਾ ਤਬਕਾ ਸੀ, ਉਸ ਦਾ ਜੀਵਨ ਪੱਧਰ ਹੁਣ ਉੱਚਾ ਉੱਠਣਾ ਸ਼ੁਰੂ ਹੋ ਗਿਆ ਸੀ। ਅਤੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਜੀਵਨ ਪੱਧਰ ਜਦੋਂ ਉੱਚਾ ਉੱਠਿਆ ਤਾਂ ਉਹਨਾਂ ਦਾ ਜਿਹੜਾ ਗੈਪ ਬਣਿਆ ਹੋਇਆ ਸੀ ਉੱਚੇ ਤਬਕੇ ਦੇ ਨਾਲ, ਪੜ੍ਹੇ ਲਿਖੇ ਵਰਗ ਦੇ ਨਾਲ, ਉਹ ਹੁਣ ਘਟਣਾ ਸ਼ੁਰੂ ਹੋ ਗਿਆ ਸੀ। ਅਤੇ ਇਸ ਗੈਪ ਦੇ ਬਾਰੇ ਮਹਾਤਮਾ ਗਾਂਧੀ ਜੀ ਨੇ ਬਹੁਤ ਵਾਰੀ ਜ਼ਿਕਰ ਵੀ ਕੀਤਾ ਸੀ। ਤਾਂ ਸਟੂਡੈਂਟਸ, ਇਸੇ ਦੇ ਨਾਲ ਸਾਡਾ ਇਹ ਸਾਰਾ ਚੈਪਟਰ ਕੰਪਲੀਟ ਹੁੰਦਾ ਹੈ। ਮੈਂ ਆਪਣੇ ਵੱਲੋਂ ਇਹ ਚੈਪਟਰ ਐਕਸਪਲੇਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਜੇਕਰ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਚੈਪਟਰ ਦੇ ਐਂਡ ਤੇ ਮੈਂ ਤੁਹਾਨੂੰ ਮੇਰੇ ਦੁਆਰਾ ਬਣਾਏ ਹੋਏ ਡੀਅਰ ਟੂ ਆਲ ਦਾ ਮਿਊਜ਼ਿਕ ਦੇ ਹੋਰ ਬਹੁਤ ਸਾਰੇ ਚੈਪਟਰਸ ਦੀ ਐਕਸਪਲੇਨੇਸ਼ਨ ਵਾਲੇ ਲਿੰਕ ਸਕਰੀਨ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਚੈਪਟਰ ਦੇ ਐਂਡ ਤੇ ਦਿੱਤੇ ਹੋਏ ਮਲਟੀਪਲ ਆਨਸਰ ਟਾਈਪ ਵਾਲੇ ਕੁਐਸਚਨਸ ਅਤੇ ਸ਼ਾਰਟ ਆਨਸਰ ਟਾਈਪ ਵਾਲੇ ਕੁਐਸਚਨਸ ਡਿਸਕਸ ਕਰਾਂਗੇ। ਫਿਰ ਮਿਲਦੇ ਹਾਂ ਜੀ। ਧੰਨਵਾਦ।